ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਮੈਂ ਅਮਨਪ੍ਰੀਤ ਕੌਰ। ਅੱਜ ਅਸੀਂ ਪੰਜਾਬ ਕਲਾ ਭਵਨ ਪਹੁੰਚੇ ਹਾਂ, ਜਿੱਥੇ ਕਿ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਵੱਲੋਂ ਫੋਟੋ 2022 ਐਗਜ਼ੀਬਿਸ਼ਨ ਕਰਵਾਈ ਜਾ ਰਹੀ ਹੈ, ਜਿੱਥੇ ਹਰ ਸਾਲ ਸੁਸਾਇਟੀ ਦੇ ਮੈਂਬਰਸ ਵੱਲੋਂ ਖਿੱਚੀਆਂ ਗਈਆਂ ਫੋਟੋਜ਼ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ। ਇਸ ਸਾਲ ਇੱਥੇ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਵੱਲੋਂ ਇਨੋਗ੍ਰੇਸ਼ਨ ਕੀਤੀ ਗਈ। ਤਾਂ ਤੁਹਾਨੂੰ ਵੀ ਐਗਜ਼ੀਬਿਸ਼ਨ ਦਾ ਟੂਰ ਕਰਾਉਂਦੇ ਹਾਂ ਅਤੇ ਦਿਖਾਉਂਦੇ ਹਾਂ ਕਿ ਕਿਵੇਂ ਹਰ ਇੱਕ ਫੋਟੋਗ੍ਰਾਫ 'ਚ ਵੱਖਰਾ ਆਰਟ ਅਤੇ ਇੱਕ ਵੱਖਰਾ ਫੋਟੋਗ੍ਰਾਫਰ ਦਾ ਵਿਜ਼ਨ ਜਿਹੜਾ ਦੇਖਣ ਨੂੰ ਮਿਲਦਾ ਹੈ। So I'd like to welcome ਸਾਡੇ ਚੀਫ ਗੈਸਟ ਪਰਮੀਸ਼ ਵਰਮਾ ਜੀ। ਇਹ ਬੜੇ ਬਿਜ਼ੀ ਨੇ, ਬਹੁਤ ਮੁਸ਼ਕਿਲ ਨਾਲ ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਹੈ, ਪਰ ਕਿਉਂਕਿ ਅਸੀਂ ਵੀ ਕਲਾਕਾਰ ਹੈ, ਇਹ ਵੀ ਕਲਾਕਾਰ ਹੈ, ਇਹਨਾਂ ਨੂੰ ਲੱਗਿਆ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕਰਨੀ ਬੜੀ ਜ਼ਰੂਰੀ ਹੈ। ਇਸ ਕਰਕੇ ਅਸੀਂ ਬੜਾ ਐਪਰੀਸ਼ੀਏਟ ਕਰਦੇ ਹਾਂ ਕਿ ਇੱਥੇ ਆਏ ਨੇ ਅੱਜ। ਤੇ ਸਭ ਤੋਂ ਖਾਸੀਅਤ ਵੱਡੀ ਇਹਨਾਂ ਦੀ ਇਹ ਹੈਗੀ ਹੈ, ਜਿਹੜੀ ਮੈਂ ਅੱਜ ਮਹਿਸੂਸ ਕੀਤੀ ਹੈ। ਨੋਰਮਲੀ ਇਨ ਸ਼ੋਬਿਜ਼ ਪੀਪਲ ਆਰ ਨੈਵਰ ਔਨ ਟਾਈਮ and he is half an hour early. 11 ਵਜੇ ਪਹੁੰਚ ਗਏ ਸੀ, ਅਸੀਂ ਰੋਕ ਕੇ ਰੱਖਿਆ ਪਲੀਜ਼ ਸਾਡੇ ਬੰਦਿਆਂ ਨੂੰ ਆਉਣ ਦਿਓ। ਇਸ ਕਰਕੇ ਇਹਨਾਂ ਦੀ ਅਸੀਂ ਇਸ ਗੱਲ ਦੇ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਟਾਈਮ ਕੱਢਿਆ, ਪਰ ਟਾਈਮ ਤੋਂ ਪਹਿਲਾਂ ਆਏ। ਸੋ ਇਟਸ ਵੈਰੀ ਨਾਈਸ ਆਫ ਯੂ। ਭਾਜੀ ਕਈ 100 ਕਹਾਣੀਆਂ ਨੇ, ਕਈ 100 ਫੋਟੋਆਂ ਨੇ, ਕਈ 100 ਲੋਕ ਨੇ, ਕਈ 100 ਓਪੀਨੀਅਨਸ ਨੇ, ਹੈ ਨਾ। ਸੋ ਮੈਂ ਪਿਛਲੀ ਇੰਟਰਵਿਊ 'ਚ ਵੀ ਇਹੀ ਕਹਿ ਕੇ ਹਟਿਆ ਕਿ ਇੱਕ ਫੋਟੋ ਦੇ ਵਿੱਚ ਤੁਹਾਡਾ ਜੋ ਫੋਟੋਗ੍ਰਾਫਰ ਦਾ ਨਜ਼ਰੀਆ ਅਤੇ ਜੋ ਇੱਕ ਦੇਖਣ ਵਾਲੇ ਦਾ ਨਜ਼ਰੀਆ ਬੜਾ ਡਿਫਰੈਂਟ ਨੇ। ਇੱਥੋਂ ਹੀ ਦੇਖ ਆਪਾਂ ਨੂੰ ਮੇਰੀ ਅੰਡਰਸਟੈਂਡਿੰਗ ਤਾਂ ਇਹੀ ਹੈ ਕਿ ਇੱਕ ਚੀਜ਼ ਨੂੰ ਲੈ ਕੇ ਦੋ ਲੋਕਾਂ ਦੀ ਓਪੀਨੀਅਨ ਅੱਡ ਹੋ ਸਕਦੀ ਜਦ ਕਿ ਉਹ ਚੀਜ਼ ਸੇਮ ਹੈ। ਸੋ ਇਟ ਡਿਪੈਂਡਸ ਆਪਾਂ ਉਹਨੂੰ ਕਿਵੇਂ ਦੇਖਦੇ ਹਾਂ। ਅਤੇ ਫੋਟੋਗ੍ਰਾਫੀ ਇੱਕ ਇਹੋ ਜਿਹੀ ਚੀਜ਼ ਹੈ ਜੋ ਅੱਡ-ਅੱਡ ਕਿੱਤਿਆਂ ਦੇ ਅੱਡ-ਅੱਡ ਲਾਈਫ ਸਟਾਈਲਸ ਦੇ ਲੋਕਾਂ ਨੂੰ ਇੱਥੇ ਜੋੜ ਕੇ ਰੱਖਦੀ ਹੈ। ਸੋ ਇਹ ਵੀ ਇੱਕ ਬੜੀ ਵਧੀਆ ਚੀਜ਼ ਹੈ ਕਿ ਸਾਰੇ ਸੀਨੀਅਰ ਉਮਰ ਦੇ, ਮੇਰੇ ਤਾਂ ਫਾਦਰ ਦੀ ਏਜ ਦੇ ਨੇ ਇਹਨਾਂ ਵਿੱਚੋਂ ਕਾਫੀ ਅੰਕਲਸ, ਅਤੇ ਉਹਨਾਂ ਨੇ ਇਸ ਉਮਰ ਵਿੱਚ ਵੀ ਆਪਣੇ ਪੈਸ਼ਨ ਨਾਲ ਉਹ ਜੁੜੇ ਹੋਏ ਨੇ। ਅਤੇ ਜਿਵੇਂ ਫੋਟੋਗ੍ਰਾਫੀ ਕਰਕੇ ਕੋਈ ਟਰੈਵਲ ਕਰਦਾ ਰਹਿੰਦਾ ਹੈ ਅਤੇ ਫੋਟੋਗ੍ਰਾਫੀ ਕਰਕੇ ਹੈ ਨਾ ਕੋਈ ਮਾਊਂਟੇਨ ਕਲਾਈਮਿੰਗ ਕਰ ਰਹੇ ਨੇ। ਸੋ ਮੈਨੂੰ ਲੱਗਦਾ ਇਟਸ ਵੈਰੀ ਗੁੱਡ ਟੂ ਹੈਵ ਯੂਰ ਇਨਰ ਸੈਲਫ ਦੇ ਨਾਲ जुड़े रहना। पर भी जी हर किसी के पास एक स्मार्टफोन है, हर कोई फोटोग्राफर बनता है। तो आप मानते हैं कि कैमरा हाथ में होना चाहिए, जो फोटोग्राफर है उससे फर्क पड़ता है? ਓਬਵੀਅਸਲੀ ਭਾਜੀ ਅੱਖ ਤਾਂ ਫੋਟੋਗ੍ਰਾਫਰ ਦੀ ਹੁੰਦੀ ਆ, ਉਹ ਭਾਵੇਂ ਤੁਸੀਂ ਪੋਲਰੋਇਡ ਵਿੱਚ ਫੋਟੋ ਖਿੱਚ ਲਓ, ਭਾਵੇਂ ਫੋਨ 'ਚ ਖਿੱਚ ਲਓ। ਅੱਜ ਦੀ ਤਰੀਕ ਦੇ ਵਿੱਚ ਹਰ ਬੰਦਾ ਹੀ ਕੰਟੈਂਟ ਕ੍ਰੀਏਟਰ ਆ। ਅੱਜ ਦੀ ਤਰੀਕ 'ਚ ਆਪਾਂ ਰੀਲਸ ਵੀ ਦੇਖਦੇ ਹਾਂ ਜਾਂ ਟਿਕਟੋਕ ਵੀ ਦੇਖਦੇ ਹਾਂ, ਸਾਰੇ ਉਹਨੂੰ ਫਿਲਮਾਂ ਵਾਂਗੂ ਹੀ ਬਣਾਉਂਦੇ ਨੇ। ਸੋ ਹਰ ਇੱਕ ਬੰਦੇ ਦਾ ਜਿਹੜਾ ਉਹ ਇੰਟਲੈਕਚੁਅਲ ਲੈਵਲ ਹੈ ਉਹ ਇਨਕਰੀਜ਼ ਹੋ ਚੁੱਕਾ ਕੰਟੈਂਟ ਦੇ ਵੱਲ। ਆਪਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਆਹ ਚੀਜ਼ ਵਾਇਰਲ ਹੋ ਗਈ ਜਾਂ ਇਹੋ ਜਿਹੀ ਫੋਟੋ ਪਾ ਕੇ ਇਹੋ ਜਿਹੀ ਲੋਕਾਂ ਦੀ ਓਪੀਨੀਅਨਸ ਨੂੰ ਅਟਰੈਕਟ ਕਰਾਂਗੇ। ਉਹਦੇ ਨਾਲ ਕੀ ਹੁੰਦਾ, ਓਵਰਆਲ ਜਿਹੜਾ ਥ੍ਰੈਸ਼ਹੋਲਡ ਹੁੰਦਾ ਟੈਲੈਂਟ ਦਾ ਉਹ ਵੱਧ ਜਾਂਦਾ, ਕਿਉਂਕਿ ਜਿੰਨਾ ਹੀ ਲਿਸਨਰ ਜਾਂ ਵਿਊਅਰ ਸਮਾਰਟ ਹੋਊਗਾ ਉਨਾ ਹੀ ਤੁਹਾਨੂੰ ਵਧੀਆ ਕੰਮ ਕਰਨਾ ਪਊਗਾ। परवीन जी, आपको बहुत जगह मिलती है, हम शॉर्ट्स देखते हैं, तो खुद फोटोग्राफी का शौक है, कैमरा पे हो कि फोन पे? ਇੰਨਾ ਭਾਜੀ ਕੋਈ ਸ਼ੌਂਕ ਨਹੀਂ ਮੈਨੂੰ ਫੋਟੋਗ੍ਰਾਫੀ ਦਾ, ਟੂ ਬੀ ਵੈਰੀ ਓਨੈਸਟ। ਹਾਂ, ਮੈਂ ਆਪਣੀਆਂ ਮੂਵਮੈਂਟਸ ਜ਼ਰੂਰ ਕੈਪਚਰ ਕਰਦਾ। ਕਈ ਵਾਰੀ ਕੋਈ ਇਹੋ ਜਿਹੀ ਥਾਂ 'ਤੇ ਜਾਈਏ ਜਿੱਥੇ ਬਹੁਤ ਸਕੂਨ ਮਿਲਿਆ ਹੋਵੇ, ਜਾਂ ਕਿਤੇ ਗਏ ਜਿੱਥੇ ਬਹੁਤ ਵਧੀਆ ਐਟਮੋਸਫੀਅਰ ਸੀਗਾ, ਅਤੇ ਉੱਥੋਂ ਦੀ ਫੋਟੋ ਜ਼ਰੂਰ ਖਿੱਚ ਲਈਦੀ ਆ। ਪਰ ਉਹ ਚੀਜ਼ਾਂ ਕਮਰਸ਼ਲੀ ਨਹੀਂ, ਕਈ ਵਾਰੀ ਪਾ ਵੀ ਦੇਈਦੀਆਂ ਨੇ, ਜਿਵੇਂ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਸਨੈਪਚੈਟ, ਇੰਸਟਾਗ੍ਰਾਮ 'ਤੇ। ਪਰ ਮੈਂ ਮੂਵਮੈਂਟਸ ਜ਼ਰੂਰ ਕੈਪਚਰ ਕਰ ਲੈਂਦਾ ਜੀ।
ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਚੇਅਰਮੈਨ ਡਾਕਟਰ ਐਸ ਭਮਰਾ ਮੇਰੇ ਨਾਲ ਨੇ। ਸੋ ਸਰ, ਸਭ ਤੋਂ ਪਹਿਲਾਂ ਤਾਂ ਤੁਸੀਂ, ਮੈਂ ਦੇਖ ਰਹੀ ਹਾਂ ਸਾਰੀਆਂ ਫੋਟੋਗ੍ਰਾਫਸ ਵਾਈਲਡ ਲਾਈਫ ਫੋਟੋਗ੍ਰਾਫੀ ਹੈ। ਸੋ ਸਿਰਫ ਵਾਈਲਡ ਲਾਈਫ ਕਰਦੇ ਹੋ ਜਾਂ ਹੋਰ ਵੀ ਕਰਦੇ ਹੋ? ਹੋਰ ਵੀ ਕਰਦਾ, ਪਰ ਐਤਕੀ ਮੈਂ ਸੋਚਿਆ ਕਿ ਇਹ ਜਿਹੜੀ ਸਾਡੀ ਫੋਟੋ 2022 ਹੈ ਇਹਦੇ ਵਿੱਚ ਵਾਈਲਡ ਲਾਈਫ ਦੀ ਥੀਮ ਰੱਖੀ ਮੈਂ, ਤਾਂ ਕਿ ਤਿੰਨੇ ਫੋਟੋਆਂ ਇੱਕੋ ਟਾਈਪ ਦੀਆਂ ਹੋਣ। ਤੇ ਇਹ ਫੋਟੋਆਂ ਜਿਹੜੀਆਂ ਮੈਂ ਖਿੱਚੀਆਂ ਇਹ ਮਸਾਈ ਮਾਰਾ ਹੈਗਾ ਕੇਨੀਆ ਵਿੱਚ ਨੈਸ਼ਨਲ ਪਾਰਕ, ਵਾਈਲਡ ਲਾਈਫ ਪਾਰਕ ਹੈ। ਉਹ ਵਾਈਲਡ ਲਾਈਫ ਪਾਰਕ 'ਚ ਤੁਹਾਨੂੰ ਜਾਂ ਸਵੇਰੇ ਜਾਂ ਸ਼ਾਮੀ ਜਾਨਵਰ ਮਿਲਦੇ ਆ, ਕਿਉਂਕਿ ਧੁੱਪ ਹੁੰਦੀ ਹੈ ਦਿਨੇ ਕਿਸੇ ਵੀ ਵਾਈਲਡ ਲਾਈਫ ਪਾਰਕ 'ਚ ਜਾਓਗੇ ਤੁਸੀਂ ਦਿਨੇ ਬਹੁਤ ਮੁਸ਼ਕਿਲ ਨਾਲ ਮਿਲਦੇ ਆ, ਜਾਂ ਫਿਰ ਸਰਦੀਆਂ ਦਾ ਮੌਸਮ ਹੋਏ। ਗਰਮੀਆਂ 'ਚ ਤੁਹਾਨੂੰ ਹਰ ਵੇਲੇ ਸਵੇਰੇ ਤੇ ਸ਼ਾਮ ਹੀ ਮਿਲਦੇ ਆ। ਕਦੋਂ ਤੋਂ ਮਤਲਬ ਇਹ ਫੋਟੋਗ੍ਰਾਫੀ ਲਾਈਨ 'ਚ ਤੁਸੀਂ ਆਏ? ਫੋਟੋਗ੍ਰਾਫੀ ਕਰਦੇ ਨੂੰ ਤੇ ਮੈਨੂੰ ਬਚਪਨ 'ਚ ਜਦੋਂ ਬਾਕਸ ਕੈਮਰੇ ਹੁੰਦੇ ਸੀ, ਜਿਹੜੇ ਇਨੀਸ਼ੀਅਲ ਸਟੇਜ ਤੇ ਕੋਡੈਕ ਦੇ ਬਾਕਸ ਕੈਮਰੇ ਹੁੰਦੇ ਸੀ, ਜਦੋਂ ਮੈਂ ਛੋਟਾ ਸੀ ਉਦੋਂ ਦੀ ਫੋਟੋਗ੍ਰਾਫੀ ਕਰਦਾ। ਪਹਿਲਾਂ ਫੋਟੋਗ੍ਰਾਫੀ ਦੀ ਵੀ ਬਹੁਤ ਚੇਂਜ ਹੋਈ ਹੈ, ਇਕੁਇਪਮੈਂਟ 'ਚ ਬਹੁਤ ਚੇਂਜ ਆਇਆ। ਪਹਿਲਾਂ ਇਕੁਇਪਮੈਂਟ ਹੁੰਦਾ ਸੀ ਕਿ ਤੁਸੀਂ ਨਾ ਕੁਝ ਕੰਟਰੋਲ ਨਹੀਂ ਸੀ ਕਰ ਸਕਦੇ, ਨਾ ਲਾਈਟ ਨਾ ਤੁਸੀਂ ਜ਼ੂਮ, ਕੁਝ ਵੀ ਨਹੀਂ ਕਰ ਸਕਦੇ, ਤੁਸੀਂ ਕਲਿੱਕ ਹੀ ਕਰਨਾ ਹੁੰਦਾ ਸੀ। ਅੱਜ ਦੀ ਡੇਟ 'ਚ ਹਰ ਇੱਕ ਚੀਜ਼ ਤੁਸੀਂ ਕੰਟਰੋਲ ਕਰ ਸਕਦੇ ਹੋ। ਨਾਟ ਓਨਲੀ ਕੰਟਰੋਲ, ਅੱਜ ਦੀ ਡੇਟ 'ਚ ਤੁਸੀਂ ਪੋਸਟ ਪ੍ਰੋਡਕਸ਼ਨ ਨਾਲ ਫੋਟੋ ਹੀ ਚੇਂਜ ਕਰ ਸਕਦੇ ਹੋ ਟੋਟਲੀ। ਸਾਡੀ ਜਰਨਲਿਸਟਿਕ ਟਰਮਸ ਹੁੰਦਾ ਕਿ ਅਸੀਂ ਜਦੋਂ ਕਿਸੇ ਨੂੰ ਦੇਖਿਆ ਤਾਂ ਅਸੀਂ ਕਹਿਣਾ ਕਿ ਹਾਂ ਇਹ ਸਟੋਰੀ ਹੈ। ਜਦੋਂ ਤੁਸੀਂ ਦੇਖਦੇ ਹੋ ਤੁਸੀਂ ਕੀ ਸੋਚਦੇ ਹੋ? ਮੈਂ ਸੋਚਦਾ ਕਿਹੜੇ ਐਂਗਲ ਤੋਂ ਫੋਟੋ ਖਿੱਚੀ ਜਾਏ, ਕਿਉਂਕਿ ਕਈ ਐਂਗਲ ਹੁੰਦੇ ਆ, ਕਈ ਐਂਗਲ ਹਰ ਇੱਕ ਅਲੱਗ-ਅਲੱਗ ਜਿਹੜਾ ਵੀ ਪੈਸ਼ਨੇਟ ਫੋਟੋਗ੍ਰਾਫਰ ਹੈ ਉਹਨੂੰ ਅਲੱਗ-ਅਲੱਗ ਐਂਗਲ ਪਸੰਦ ਹੈ। ਕਿਸੇ ਨੂੰ ਉਹ ਐਂਗਲ ਤੋਂ ਬਲੈਕ ਐਂਡ ਵਾਈਟ ਫੋਟੋ ਦਿਖਦੀ ਹੈ, ਕਿਸੇ ਨੂੰ ਕਲਰਡ, ਕਿਸੇ ਨੂੰ ਉੱਥੇ ਜਾਨਵਰ ਨਜ਼ਰ ਆਉਂਦਾ, ਕਿਸੇ ਨੂੰ ਦਰਖਤ ਨਜ਼ਰ ਆਉਂਦਾ, ਕਿਸੇ ਨੂੰ ਬੈਕਗਰਾਊਂਡ ਨਜ਼ਰ ਆਉਂਦਾ। ਇਸ ਕਰਕੇ ਫੋਟੋਗ੍ਰਾਫੀ ਜਿਹੜੀ ਅੱਖ ਹੈ ਨਾ, ਹਰ ਇੱਕ ਫੋਟੋਗ੍ਰਾਫਰ ਦੀ ਆਪਣੀ ਹੈਗੀ ਹੈ। ਸੋ ਹੁਣ ਤੁਸੀਂ ਫੋਟੋਗ੍ਰਾਫਿਕ ਸੁਸਾਇਟੀ ਚੰਡੀਗੜ੍ਹ ਦੇ ਚੇਅਰਮੈਨ ਹੋ, ਇੱਕ ਰਿਸਪੌਂਸਿਬਿਲਿਟੀ ਹੈ ਬਟ ਮੋਟੀਵੇਸ਼ਨ ਵੀ ਹੈ ਫੋਟੋਗ੍ਰਾਫਰਸ ਦੇ ਜਿਹੜੇ ਮੈਂਬਰਸ ਨੇ, ਤਾਂ ਉਹਨੂੰ ਮਤਲਬ ਕਿਵੇਂ ਹੋਰ ਅੱਗੇ ਮੋਟੀਵੇਸ਼ਨ ਮਿਲਦੀ ਹੈ? ਮੈਂ ਐਕਚੁਅਲੀ ਆ ਜਿਹੜੀ ਫੋਟੋ ਐਗਜ਼ੀਬਿਸ਼ਨ ਸਾਡੀ ਹਰ ਸਾਲ ਹੁੰਦੀ ਹੈ, ਇਸ ਸਾਲ ਸਾਡੀ ਫੋਟੋ 2022 ਹੈ। ਇੱਦਾਂ ਹੀ ਅਸੀਂ ਸਾਲ ਦੇ ਨਾਲ ਫੋਟੋ ਐਗਜ਼ੀਬਿਸ਼ਨ ਕਰਦੇ ਹਾਂ ਅਤੇ ਹਰ ਸਾਲ ਅਸੀਂ ਇੱਕ ਚੇਅਰਮੈਨ ਬਣਾਉਂਦੇ ਹਾਂ। ਇਸ ਸਾਲ ਮੈਂ ਚੇਅਰਮੈਨ ਹੈ ਇਹਦਾ। ਅਤੇ ਮੋਟੀਵੇਸ਼ਨ ਕਰਨ ਲਈ ਕੋਈ ਇੰਨਾ ਔਖਾ ਨਹੀਂ ਹੈ, ਕਿਉਂਕਿ ਸਾਰੇ ਅਸੀਂ ਬਹੁਤ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਅਤੇ ਸਾਰਿਆਂ ਨੂੰ ਆਪਣੇ ਗੁੱਡ ਪੁਆਇੰਟ, ਸਾਰਿਆਂ ਦੇ ਗੁੱਡ ਪੁਆਇੰਟਸ ਅਤੇ ਬੈਡ ਪੁਆਇੰਟ ਸਾਨੂੰ ਪਤਾ ਹੈ, ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਦਾ ਪੈਸ਼ਨ ਹੈ ਉਹਦਾ ਸਾਨੂੰ ਪਤਾ ਹੈ। ਅਤੇ ਜਿੱਥੇ ਵੀ ਕਰੈਕਸ਼ਨ ਦੀ ਲੋੜ ਹੁੰਦੀ ਹੈ ਸਾਡੇ ਸਾਰੇ ਮੈਂਬਰ ਉਹਨਾਂ ਨੂੰ ਸੁਝਾਅ ਵੀ ਦਿੰਦੇ ਆ, ਕ੍ਰਿਟੀਸਾਈਜ਼ ਵੀ ਕਰਦੇ ਆ, ਤਾਂ ਕਿ ਆਪਣੀ ਇੰਪਰੂਵਮੈਂਟ ਕਰ ਸਕਣ। ਕਿਉਂਕਿ ਤੁਸੀਂ ਫੋਟੋ ਖਿੱਚ ਲਈ ਅਤੇ ਤੁਸੀਂ ਆਪ ਹੀ ਦੇਖ ਲਈ, ਉਹਦਾ ਕੋਈ ਸਵਾਦ ਨਹੀਂ ਹੈ। ਜਿੰਨੀ ਦੇਰ ਤੱਕ ਤੁਸੀਂ ਐਗਜ਼ੀਬਿਸ਼ਨ ਨਾ ਕਰੋ ਜਾਂ ਤੁਸੀਂ 10-20 ਬੰਦਿਆਂ ਨੂੰ ਦਿਖਾਓ ਨਾ, ਉਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਇੰਪਰੂਵ ਹੀ ਨਹੀਂ ਕਰ ਸਕਦੇ। ਜਦੋਂ ਦਿਖਾਉਂਦੇ ਹੋ ਉਹਦੇ ਵਿੱਚ ਜੋ ਤੁਹਾਨੂੰ ਠੀਕ ਲੱਗਦਾ ਉਹ ਕਹਿੰਦਾ ਨਹੀਂ ਜੀ ਇੱਦਾਂ ਨਹੀਂ ਹੋਣੀ ਚਾਹੀਦੀ ਸੀ। ਇਸ ਕਰਕੇ ਜਿੰਨੀ ਦੇਰ ਤੱਕ ਆਪਾਂ ਸਾਰੇ ਮਿਲਦੇ ਰਹਾਂਗੇ, ਇੱਕ ਦੂਜੇ ਦੀ ਕਰੈਕਸ਼ਨ ਕਰਦੇ ਰਹਾਂਗੇ, ਮੋਟੀਵੇਸ਼ਨ ਹੀ ਮੋਟੀਵੇਸ਼ਨ ਹੈ। ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਯਸ਼ਿੰਦਰ ਸਿੰਘ ਬੱਗਾ ਇਸ ਵਕਤ ਮੇਰੇ ਨਾਲ ਨੇ। ਸਰ ਦੀ ਇਹ ਫੋਟੋਗ੍ਰਾਫ ਨਾ ਬਹੁਤ ਇੰਟਰਸਟਿੰਗ ਲੱਗ ਰਹੀ ਹੈ। ਸਰ ਇਹ ਕਿਵੇਂ ਕਲਿੱਕ ਕੀਤੀ, ਕੀ ਸੀ ਇਹਦੇ ਪਿੱਛੇ ਵਿਜ਼ਨ? ਫੋਟੋਗ੍ਰਾਫੀ ਮੈਂ ਜਿਸ ਟਾਈਪ ਦੀ ਕਰਦਾ ਉਹਨੂੰ ਆਰਟ ਫਾਰਮ ਦੇ ਨਾਲ ਹੀ ਮੈਂ ਰਿਲੇਟ ਕਰਦਾ ਆਲਵੇਸ। ਮੈਂ ਕੋਈ ਵੀ ਫੋਟੋ ਜਦੋਂ ਖਿੱਚਦਾ ਉਹਦੇ ਵਿੱਚ ਮੇਰਾ ਮੇਨ ਹੁੰਦਾ ਵੀ ਆਰਟ ਐਜ਼ ਏ ਪੇਂਟਿੰਗ ਐਜ਼ ਏ ਸਕਲਪਚਰ ਵਾਂਗੂ ਉਹਦੀ ਵੇਰੀਏਸ਼ਨ ਇਕੁਅਲੀ ਲੱਗੇ। ਜਦੋਂ ਮੈਂ ਫੋਟੋ ਖਿੱਚ ਰਿਹਾ ਸੀ, ਮਤਲਬ ਮਲਟੀਪਲ ਸ਼ਾਟ ਹੈ ਵੈਸੇ, ਪਰ ਇਹ ਲਾਈਟ ਵੇਸਡ ਹੈ। ਫੋਟੋਗ੍ਰਾਫੀ ਜੋ ਵੀ ਅਸੀਂ ਕਰਦੇ ਹਾਂ, ਭਾਵੇਂ ਉਹ ਆਰਟੀਫਿਸ਼ੀਅਲ ਲਾਈਟ ਹੈ ਜਾਂ ਮਤਲਬ ਸਨਲਾਈਟ ਹੈ, ਤਾਂ ਉਹ ਲਾਈਟ 'ਤੇ ਬੇਸਡ ਹੀ ਹੁੰਦੀ ਹੈ। ਬੇਸਿਕਲੀ ਵੀ ਫੋਟੋਗ੍ਰਾਫੀ ਨੂੰ ਕਹਿੰਦੇ ਆ ਟੂ ਡਰਾ ਵਿਦ ਲਾਈਟ। ਫੋਟੋਗ੍ਰਾਫੀ ਦਾ ਮੀਨਿੰਗ ਇਹ ਹੁੰਦਾ ਟੂ ਡਰਾ ਵਿਦ ਲਾਈਟ। ਕੋਈ ਵੀ ਚੀਜ਼ ਲਾਈਟ ਦੇ ਥਰੂ ਡਰਾ ਕਰਨੀ ਤਾਂ ਇਮੇਜ ਬਣ ਜਾਂਦੀ ਤੁਹਾਡੀ। ਤਾਂ ਇਹ ਮੈਂ ਮਲਟੀਪਲ ਸ਼ਾਟ ਮਾਰੇ ਆ, ਇਹ 'ਚ 3 ਸ਼ਾਟਸ ਆ ਇੱਕੋ ਹੀ ਸੌਟ ਆਫ ਨੈਗੇਟਿਵ 'ਤੇ। ਤਾਂ ਉਹਨਾਂ ਨੂੰ ਲਾਈਟ ਵੇਰੀਏਸ਼ਨ ਕਰਕੇ ਤਾਂ ਉਹਨਾਂ ਨੂੰ ਡੈਪਥ ਦਿੱਤੀ ਗਈ ਆ ਬੈਕਗਰਾਊਂਡ ਵਿੱਚ, ਤਾਂ ਇਹ ਪੀਸ ਆਫ ਆਰਟ ਲੱਗ ਰਿਹਾ ਇਸ ਤਰ੍ਹਾਂ। ਕਹਿੰਦੇ ਨੇ ਕਿ ਫੋਟੋਗ੍ਰਾਫੀ ਮਤਲਬ ਇੱਕ ਫੋਟੋਗ੍ਰਾਫਰ ਸਿਰਫ ਫੋਟੋਗ੍ਰਾਫ ਖਿੱਚਦਾ ਨਹੀਂ ਆ, ਉਹ ਇੱਕ ਕ੍ਰੀਏਟ ਕਰਦਾ ਉਸ ਚੀਜ਼ ਨੂੰ। ਫੋਟੋਗ੍ਰਾਫੀ ਖਿੱਚਣਾ ਤਾਂ ਜੇ ਤੁਸੀਂ ਮੈਨੂੰ ਸਾਨੂੰ ਕੋਈ ਬੋਲੇ ਵੀ ਮੈਂ ਫੋਟੋਗ੍ਰਾਫ ਖਿੱਚ ਦਿੱਤੀ, ਮੈਨੂੰ ਵੈਸੇ ਇੱਦਾਂ ਸੋਚ ਮੇਰੇ ਆ ਜਾਂਦੀ ਵੀ ਇਹਨੂੰ ਫੋਟੋਗ੍ਰਾਫੀ ਦੇ ਬਾਰੇ ਪਤਾ ਨਹੀਂ ਜ਼ਿਆਦਾ। ਫੋਟੋਗ੍ਰਾਫ ਖਿੱਚੀ ਨਹੀਂ ਜਾਂਦੀ, ਫੋਟੋਗ੍ਰਾਫ ਬਣਾਈ ਜਾਂਦੀ ਆ। ਖਿੱਚ ਤਾਂ ਸਾਰੇ ਖਿੱਚਦੇ ਆ,
ਪਰ ਉਹਦੇ ਵਿੱਚੋਂ ਕੁਝ ਇਦਾਂ ਦੇ ਲੋਕ ਹੁੰਦੇ ਆ ਜਾਂ ਆਰਟਿਸਟ ਹੁੰਦੇ ਆ ਜਿਹੜੇ ਫੋਟੋਗ੍ਰਾਫ ਬਣਾਉਂਦੇ ਆ। ਜਿਹਨੂੰ ਫੋਟੋਗ੍ਰਾਫ ਬਣਾਉਣੀ ਆ ਗਈ ਤਾਂ ਬਸ ਖਿੱਚਣਾ ਨਹੀਂ, ਖਿੱਚਣਾ ਤਾਂ ਮੇਰੀ ਡਿਕਸ਼ਨਰੀ ਦਾ ਸ਼ਬਦ ਹੀ ਨਹੀਂ ਆ ਫੋਟੋਗ੍ਰਾਫੀ ਦੇ ਵਿੱਚ, ਬਣਾਉਣਾ ਫੋਟੋਗ੍ਰਾਫ ਨੂੰ। ਸੋ ਤੁਸੀਂ ਹੁਣ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਹੋ, ਕੀ ਮਤਲਬ ਕਿੱਦਾਂ ਤੁਸੀਂ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਮੋਟੀਵੇਸ਼ਨ ਕਿੱਦਾਂ ਮਿਲਦੀ ਹੈ ਕਿ ਉਹ ਆਪਣੀਆਂ ਇੱਥੇ ਸਕਿੱਲਸ ਜਿਹੜੀਆਂ ਨੇ ਉਹ ਪ੍ਰੈਜ਼ੈਂਟ ਕਰਦੇ? ਅਸੀਂ ਵੈਸੇ ਤਾਂ ਸਾਡੀ ਓਲਡ ਆਰਗੇਨਾਈਜੇਸ਼ਨ ਹੈ ਹੀ ਆ, ਅਰਾਊਂਡ 30 ਇਅਰਸ ਤੋਂ ਅਸੀਂ ਵਰਕ ਕਰ ਰਹੇ ਹਾਂ। ਅਸੀਂ ਇਹਨਾਂ ਦੇ ਲੈਕਚਰਸ ਕਰਾਈਦੇ ਆ, ਵੱਡੇ ਵੱਡੇ ਆਰਟਿਸਟ ਬੁਲਾਈਦੇ ਆ, ਅਸੀਂ ਆਪ ਵੀ ਕੰਪੋਜੀਸ਼ਨਸ ਤੇ ਇਹਨਾਂ ਨੂੰ ਲੈਕਚਰ ਦੇਈਦੇ ਆ। ਫਿਰ ਅਸੀਂ ਵਿਦਨ ਸੋਸਾਇਟੀ ਕੰਪੀਟੀਸ਼ਨਸ ਵੀ ਕਰਾਈਦੇ ਆ। ਫਿਰ ਅਸੀਂ ਪਰਟੀਕੂਲਰਲੀ ਮੇਰੇ ਪਾਰਟ ਤੋਂ ਮੈਂ ਆਪਣੇ ਮੈਂਬਰ ਸਾਰਿਆਂ ਨੂੰ ਓਪਨ ਕੀਤਾ ਹੋਇਆ, ਜੇ ਕੋਈ ਉਹਨਾਂ ਨੇ ਮੇਰੇ ਨਾਲ ਡਿਸਕਸ ਕਰਨੀ ਹੋਏ ਫੋਟੋ ਉਹ ਮੈਨੂੰ ਪਾ ਦਿੰਦੇ ਆ। ਫਿਰ ਮੈਂ ਉਹਨਾਂ ਦੀ ਰੀਕੰਪੋਜੀਸ਼ਨ ਕਰਕੇ ਵੀ ਕਦੀ ਕੋਈ ਉਹਨਾਂ ਨੂੰ ਜ਼ਰੂਰਤ ਆ ਫਿਰ ਦਿਖਾਉਂਦਾ ਆ। ਫਿਰ ਇਸ ਤਰ੍ਹਾਂ ਅਸੀਂ ਪ੍ਰੈਕਟੀਕਲ ਟੱਚ ਸੌਟ ਆਫ ਕਰਕੇ ਦਿਖਾਈਦਾ ਉਹਨਾਂ ਨੂੰ, ਫਿਰ ਅੱਗੇ ਤੋਂ ਅੱਗੇ ਮੂਵ ਹੋ ਜਾਂਦਾ ਸਾਰਾ। ਸੋ ਇਸ ਵਕਤ ਮੇਰੇ ਪਿੱਛੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਡਾਕਟਰ ਉਪਨੀਤ ਲਾਲੀ ਜੀ ਵੱਲੋਂ ਖਿੱਚੀਆਂ ਗਈਆਂ ਨੇ ਤੇ ਇਹ ਸਾਰੀਆਂ ਹੀ ਤਸਵੀਰਾਂ ਦੇ ਵਿੱਚ ਨਾ ਇੱਕ ਸਟੋਰੀ ਹੈ। ਤਾਂ ਮੈਂ ਪੁੱਛਣਾ ਚਾਹੂੰਗੀ ਕਿ ਇੱਕ ਫੋਟੋਗ੍ਰਾਫਰ ਜਿਹੜਾ ਹੁੰਦਾ ਹੈ ਕਹਿੰਦੇ ਕਿ ਇੱਕ ਸੀਕ੍ਰੀਟ ਸਟੋਰੀ ਟੈਲਰ ਹੁੰਦਾ ਹੈ। ਸੋ ਤੁਸੀਂ ਆਪਣੀ ਹਰ ਇੱਕ ਤਸਵੀਰ 'ਚ ਇੱਕ ਸਟੋਰੀ ਦੱਸੀ ਆ, ਉਸ ਚੀਜ਼ ਨੂੰ ਡਿਸਕ੍ਰਾਈਬ ਕਰੋ। ਦੇਖੋ ਫੋਟੋਗ੍ਰਾਫਰ ਤਾਂ ਜੋ ਦੇਖਦਾ ਹੀ ਐਂਡ ਰਿਕਾਰਡ ਵੀ ਕਰਦਾ ਮੂਮੈਂਟਸ, ਐਂਡ ਇਟਸ ਆਲਸੋ ਜਿਹੜੇ ਦੇਖਦੇ ਆ ਦੇ ਆਲਸੋ ਹੈਵ देयर ਓਨ ਇੰਟਰਪ੍ਰੀਟੇਸ਼ਨ ਆਫ ਦ ਸਟੋਰੀ। ਇਹਦੇ ਵਿੱਚ ਨਾ ਜੋ ਵਾਟ ਕਾਟ ਮਾਈ ਅਟੈਂਸ਼ਨ ਵਾਸ ਕਿ ਕਿਵੇਂ ਇੰਨੇ ਮਤਲਬ ਇਹ ਇੰਜੋਏ ਕਰ ਰਹੇ ਆਪਣਾ ਕੰਮ, ਲਾਈਕ ਟੋਟਲੀ ਇਮਰਸਡ। ਐਂਡ ਇਹਦੀ ਏਜ ਦੇਖੋ, ਨਹੀਂ ਤੇ ਆਮ ਤੌਰ ਤੇ ਤੁਸੀਂ ਕਹਿੰਦੇ ਹੋ ਕਿ ਮਤਲਬ ਖਫਾ ਹੁੰਦੇ ਆ, ਬਟ ਦਿਸ ਵਾਸ ਸਮਥਿੰਗ ਐਂਡ ਕੰਟਰਾਸਟ ਵੀ ਬੜਾ ਮੈਨੂੰ ਥੋੜਾ ਜਿਹਾ ਲੱਗਿਆ ਕਿ ਦਿਸ ਇਜ਼ ਅ ਬਰਡ ਮੈਨ ਐਂਡ ਦਿਸ ਇਜ਼ ਤਾਂ ਇਹਦੇ 'ਚ ਇਹ ਸਟੋਰੀ ਹੈ ਕਿ ਇਹ ਵਾਲਾ ਜਿਹੜਾ ਹੁਣ ਅੱਜ ਕੱਲ੍ਹ ਲੋਕੀ ਜ਼ਿਆਦਾਤਰ ਸਲੂਨਸ ਵਿੱਚ ਜਾਂਦੇ ਹੈ ਤੇ ਦਰਖਤ ਦੇ ਹੇਠਾਂ ਕੋਈ ਕਰਾ ਰਿਹਾ ਤੇ ਇਹ ਥੋੜੀ ਦੇਰ ਤੱਕ ਸਾਲਾਂ ਤੱਕ ਇਹ ਬੰਦ ਹੋ ਜਾਣਾ ਹੈ ਆਰਟ। ਇਹ ਪ੍ਰੋਫੈਸ਼ਨ ਜਿਹੜਾ ਹੈਗਾ ਨਾ ਇਟਸ ਬਿਕਮ ਮੋਰ ਫੈਂਸੀ, ਬਟ ਜਿੰਨੇ ਇੰਜੋਇਮੈਂਟ ਨਾਲ ਇਹ ਕਰ ਰਹੇ ਉਹਨੇ ਸ਼ਾਇਦ ਤੁਸੀਂ ਫੈਂਸੀ ਸਲੂਨ 'ਚ ਨਹੀਂ ਦੇਖੋਗੇ। ਸਮਾਈਲ ਇਜ਼ ਦੇਅਰ। ਇਹ ਨਾ ਦਿਸ ਇਜ਼ ਅ ਵੈਰੀ अर्ਲੀ ਬਹੁਤ ਹੀ ਡਿਫਰੈਂਟ এনवायरमेंट ਹੈਗਾ। ਇਹ ਓਮਕਾਲੇਸ਼ਵਰ ਟੈਂਪਲ ਹੈ ਮੱਧ ਪ੍ਰਦੇਸ਼ ਵਿੱਚ ਨੀਅਰ ਉਜੈਨ, ਤੇ ਇੱਥੇ ਲੇਡੀਜ਼ ਜਿਹੜੀਆਂ ਨੇ ਕਿੰਨੇ ਡਿਵੋਸ਼ਨ ਨਾਲ ਜਿਹੜੇ ਹੈਗੇ ਨਾ ਅਸੀਂ ਕਹਿੰਦੇ ਆ ਕਿ ਮਤਲਬ ਰੱਬ ਦੇ ਤਰਫ ਅਸੀਂ ਪੇਂਟ ਕਰਦੇ ਹਾਂ ਤੇ ਹਰ ਇੱਕ ਨੂੰ ਉਵੇਂ ਜਿਵੇਂ ਇੱਕ ਜਿਹੜਾ ਫੁੱਲ ਜਿਹੜਾ ਹੈਗਾ ਕਰਕੇ ਦੇ ਆਰ ਡੂਇੰਗ ਦੈਟ। ਸੋ ਇਹ ਵੀ ਬੜੀ ਮਤਲਬ ਇੱਕ ਜਗ੍ਹਾ ਇਹ ਬੜੀ ਓਵਰਪਾਵਰਿੰਗ ਹੈਗੀ ਹੈ। ਟ੍ਰੈਡੀਸ਼ਨਸ ਪੂਰੀਆਂ ਨੇ ਜਿਹੜੀਆਂ ਇਹ ਉੱਥੇ ਹੀ ਮਤਲਬ ਤੁਹਾਨੂੰ ਨਜ਼ਰ ਆਉਂਦੀਆਂ ਨੇ ਇਸ ਤਰ੍ਹਾਂ। ਇੱਥੇ ਚੰਡੀਗੜ੍ਹ ਵਿੱਚ ਨਹੀਂ ਤੁਹਾਨੂੰ ਇੰਜ ਨਜ਼ਰ ਆਏਗਾ, ਉਹ ਤਾਂ ਇੰਜ ਫਟਾਫਟ ਤੁਹਾਨੂੰ ਦੇਖ ਕੇ ਕਹੇਗਾ ਹੋ ਜਾਓ ਜੀ ਨਿਕਲ ਜਾਓ ਹੁਣ ਤੁਸੀਂ। ਇਹ ਵੀ ਨਾ ਇਹਦਾ ਐਕਸਪ੍ਰੈਸ਼ਨ ਜਿਹੜਾ ਬੰਦੇ ਦਾ ਸੀਗਾ ਜਦੋਂ ਕੰਮ ਕਰ ਰਿਹਾ ਸੀਗਾ ਇਹ ਵਾਸ ਵੈਰੀ ਵੈਰੀ ਫੈਸੀਨੇਟਿੰਗ। ਤੇ ਇਹਨੇ ਜਿਵੇਂ ਸ਼ੱਕਰ ਕਿਵੇਂ ਮੈਂ ਪੁੱਛ ਰਹੀ ਸੀ ਕਿ ਕਿਵੇਂ ਸ਼ੱਕਰ ਨੂੰ ਬਰੀਕ ਕਰਦੇ ਹੋ, ਤੇ ਆ ਜਿਹੜਾ ਹੈਗਾ ਇਹਦੇ ਨਾਲ ਲਗਾ ਕੇ ਇਹ ਕਰ ਰਿਹਾ ਹੈਗਾ ਤੇ ਸਮਝਾ ਰਿਹਾ ਨਾਲ। ਮੇਰੇ ਨਾਲ ਨੇ ਅਨਿਲ ਅਰੋੜਾ, ਇਹਨਾਂ ਦੀਆਂ ਪਿਕਚਰਸ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹਨਾਂ ਨੇ ਕਲਿੱਕ ਕੀਤੀਆਂ ਹੈ ਮੇਰੇ ਪਿੱਛੇ ਹੀ ਨੇ। ਸੋ ਸਰ ਫਸਟ ਆਫ ਆਲ ਤਾਂ ਤੁਸੀਂ ਫੋਟੋਗ੍ਰਾਫੀ ਤੁਸੀਂ ਹੁਣੇ ਮੈਨੂੰ ਦੱਸਿਆ ਕਿ ਐਜ਼ ਅ ਪੈਸ਼ਨ ਤੁਸੀਂ ਜਦੋਂ ਰਿਟਾਇਰ ਹੋ ਗਏ ਉਸ ਤੋਂ ਬਾਅਦ ਤੁਸੀਂ ਚੂਜ਼ ਕੀਤਾ, ਤਾਂ ਫੋਟੋਗ੍ਰਾਫਰ ਨੂੰ ਜਾਂ ਫੋਟੋਗ੍ਰਾਫੀ ਨੂੰ ਡਿਸਕ੍ਰਾਈਬ ਕਿਵੇਂ ਕਰਦੇ ਹੋ? फोटोग्राफी इज़ ए visual art, so it has to appeal. That is the first requirement of a photograph. It must be appealing and it must convey without telling what is there, like a story or a scene or something. So that is what I feel a photograph is. It is being with the nature, seeing what nature is and capturing it for yourself and for others to enjoy. ਤੁਹਾਡੀਆਂ ਫੋਟੋਗ੍ਰਾਫਸ ਦੇਖੀਆਂ, ਮਤਲਬ ਤੁਸੀਂ ਨੇਚਰ ਨੂੰ ਜ਼ਿਆਦਾ ਉਹ ਕਰਦੇ ਹੋ ਪ੍ਰੈਫਰ, ਨੇਚਰ ਪਸੰਦ ਹੈ ਤੁਹਾਨੂੰ? ਹਾਂ, ਮੈਨੂੰ ਨੇਚਰ ਪਸੰਦ ਹੈ ਤੇ ਦੂਜਾ ਮੈਨੂੰ ਪਸੰਦ ਹੈ ਜਿਹੜੀ ਫੋਟੋ 'ਚ ਕੋਈ ਮੈਸੇਜ ਲਿਖਿਆ ਹੋਵੇ, ਟੈਕਸਟ ਹੋਵੇ। ਔਰ ਤੀਜਾ ਮੈਂ ਕਾਫੀ ਖਿੱਚਦਾ ਫੋਟੋਗ੍ਰਾਫਸ ਕੋਈ ਬਿਲਡਿੰਗਸ ਦੀ, ਮੋਨੂਮੈਂਟਸ ਦੀ, ਇਸ ਤਰ੍ਹਾਂ ਦੀ। ਮਤਲਬ ਹਰ ਇੱਕ ਫੋਟੋਗ੍ਰਾਫਰ ਦਾ ਇੱਕ ਜੌਨਰ ਕਹਿ ਸਕਦੇ ਆ ਕਿ ਜੌਨਰ ਹੁੰਦਾ ਹੈ, ਤਾਂ ਤੁਹਾਡਾ ਜੌਨਰ ਨੇਚਰ ਹੈ? ਨੇਚਰ, ਲੈਂਡਸਕੇਪ, ਨੇਚਰ। ਚੰਦਨ ਭਾਰਦਵਾਜ ਨੇ ਸਾਡੇ ਨਾਲ ਇਸ ਵਕਤ ਸਰ ਇਹ ਪਿਕਚਰ ਕਹਿੰਦੇ ਨੇ ਕਿ ਫੋਟੋਗ੍ਰਾਫੀ 'ਚ ਇੱਕ ਫੋਟੋਗ੍ਰਾਫਰ ਜਿਹੜਾ ਨਾ ਉਹ ਸਟੋਰੀ ਟੈਲਰ ਆ, ਕਿ ਇੱਕ ਫਰੇਮ 'ਚ ਹੀ ਇੱਕ ਸਟੋਰੀ ਹੈ, ਤਾਂ ਇਸ ਫਰੇਮ ਦੇ ਵਿੱਚ ਕੀ ਸਟੋਰੀ ਹੈ? ਇਸ ਫਰੇਮ ਦਾ ਪਹਿਲਾਂ ਤਾਂ ਫੋਟੋ ਟਾਈਟਲ ਹੈਗਾ ਸੈਡਨੈਸ ਆਫ ਦਾ ਸਨਸ਼ਾਈਨ। ਸਨਸ਼ਾਈਨ ਮਤਲਬ ਧੁੱਪ, ਧੁੱਪ ਦਾ ਮਤਲਬ ਹੁੰਦਾ ਖੁਸ਼ੀ, ਉਜਾਲਾ, ਖੁਸ਼ੀ। ਬਟ ਇਸ ਫੋਟੋ ਫਰੇਮ ਦੇ ਵਿੱਚ ਇਹ ਲੜਕੀ ਸੈਡ ਬੈਠੀ ਹੋਈ ਹੈ, ਮਤਲਬ ਉਦਾਸ ਹੈ।
ਹੁਣ ਇਸ 'ਚ ਬਹੁਤ ਸਾਰੇ ਐਲੀਮੈਂਟ ਹੈ। ਜਦ ਸਾਡੇ ਪੰਜਾਬ 'ਚ ਝੋਨਾ ਲੱਗਦਾ ਤਾਂ ਮਾਈਗ੍ਰੇਟਰੀ ਲੇਬਰ ਆਉਂਦੀ ਹੈਗੀ ਹੈ। ਹਾਲੇ ਵੀ ਅਸੀਂ ਬਹੁਤ ਪ੍ਰਿਵਿਲੇਜ ਹੈਗੇ ਕਿ ਸਾਡੇ ਕੋਲ ਬਹੁਤ ਚੀਜ਼ਾਂ ਹੈਗੀਆਂ, ਮੋਬਾਈਲ ਕੈਮਰੇ, ਖਾਣ ਪੀਣ ਦੀ ਬਹੁਤ ਆਪਸ਼ਨਸ ਹੈਗੀਆਂ, ਬਟ ਕੁਝ ਐਸੇ ਲੋਕ ਹੈ ਜਿਹੜੇ ਬੜੇ ਅੰਡਰ ਪ੍ਰਿਵਿਲੇਜ ਹੈਗੇ ਹੈ ਤੇ ਇਹ ਲੋਕਾਂ ਨੂੰ ਹਾਲੇ ਵੀ ਖਾਣ ਦੇ ਲਈ ਮਤਲਬ ਸਟਰਗਲ ਕਰਨੀ ਪੜਦੀ ਹੈ। ਮੈਂ ਇਸ ਦੇ ਬੱਚੇ ਦੀ ਮਦਰ ਕੋ ਪੁੱਛਿਆ ਕਿ ਤੁਹਾਡੇ ਬੱਚੇ ਦੀ ਵੈਸੇ ਪੁੱਛ ਲਿਆ ਕਿ ਏਜ ਕੀ ਹੈਗੀ, ਉਹਨਾਂ ਨੂੰ ਪਤਾ ਹੀ ਨਹੀਂ ਡੇਟ ਆਫ ਬਰਥ ਕੀ ਹੈਗਾ, ਮਹੀਨਾ ਕਿਹੜਾ ਹੈਗਾ। ਉਹ ਕਹਿੰਦੇ ਬਾਊ ਜੀ ਸਾਨੂੰ ਤਾਂ ਦਿਹਾੜੀ ਕਿਸੇ ਮਤਲਬ ਹੈ, ਮਤਲਬ ਜਿਹੜੀ ਸਨਸ਼ਾਈਨ ਹੈਗੀ ਉਹ 'ਚ ਹਾਲੇ ਵੀ ਬਹੁਤ ਸਾਰੀ ਸੈਡਨੈਸ ਹੈਗੀ ਹੈ ਜਿਹਨੂੰ ਲੜਨ ਦੀ ਜ਼ਰੂਰਤ ਹੈਗੀ ਹੈ ਤੇ ਜਿਹਨੂੰ ਵਾਕਈ ਸਨਸ਼ਾਈਨ 'ਚ ਚੇਂਜ ਕਰਨ ਦਾ ਟਾਈਮ ਸਾਨੂੰ ਆਪਣੇ ਵੱਲੋਂ ਵੀ ਐਫਰਟ ਕਰਨੇ ਪੈਣੇ ਜਿਹੜੇ ਪ੍ਰਿਵਿਲੇਜ ਬੰਦੇ ਹੈਗੇ। ਤਾਂ ਹੀ ਮੈंने ਟਾਈਟਲ ਰੱਖਿਆ ਸੈਡਨੈਸ ਆਫ ਦਾ ਸਨਸ਼ਾਈਨ। ਉਹੀ ਨਾ ਕਿ ਅਸੀਂ ਦੇਖੀਏ ਅਗਰ ਨਾਰਮਲ ਇੱਕ ਅਸੀਂ ਫੋਟੋਗ੍ਰਾਫ ਦੇਖੀਏ ਤਾਂ ਸਾਨੂੰ ਲੱਗੇਗਾ ਕਿ ਹਾਂ ਇਹ ਫੋਟੋਗ੍ਰਾਫ ਆ, ਬਟ ਤੁਹਾਡੀ ਵਿਜ਼ਨ ਨੇ ਕੀ ਦੇਖਿਆ ਉਹ ਤੁਸੀਂ ਡਿਸਕ੍ਰਾਈਬ ਕਰ ਸਕਦੇ ਹੋ। ਤਾਂ ਇੱਕ ਹੋਰ ਚੀਜ਼ ਹੈ ਕਿ ਫੋਟੋਗ੍ਰਾਫੀ ਦੇ ਅਲੱਗ-ਅਲੱਗ ਜੌਨਰਸ ਹੁੰਦੇ ਨੇ, ਤਾਂ ਤੁਹਾਡੀਆਂ ਮੈਂ ਦੇਖੀਆਂ ਕਿ ਉਹ ਵੀ ਹੈ ਇਹ ਵੀ ਹੈ, ਤਾਂ ਸਾਰੇ ਅਲੱਗ ਜੌਨਰ ਹੈ, ਤਾਂ ਮਤਲਬ ਤੁਸੀਂ ਹਰ ਇੱਕ ਚੀਜ਼ ਉਹ ਫੋਟੋ ਦੇਖੋ ਦੋ ਚੀਜ਼ਾਂ ਹੈਗੀਆਂ, ਇੱਕ ਪ੍ਰੋਫੈਸ਼ਨਲਿਜ਼ਮ ਹੈਗਾ, ਜੇ ਤੁਸੀਂ ਕਿਸੇ ਆਪਣੀ ਇੱਕ ਹੈਗੀ ਹੌਬੀ, ਜਦ ਤੱਕ ਤੁਸੀਂ ਹੌਬੀ 'ਚ ਹੈ ਤਦ ਤੱਕ ਤੁਸੀਂ ਆਜ਼ਾਦ ਹੋ। ਹੌਬੀ ਦਾ ਮਤਲਬ ਕੀ ਹੈਗਾ ਕਿ ਅਸੀਂ ਆਪਣੇ ਡੇਲੀ ਰੁਝੇਵਿਆਂ ਹੈ ਜੋ ਛੱਡ ਕੇ ਆਪਣੇ ਆਪ ਨੂੰ ਇੱਕ ਪਾਸੇ ਆਪਣਾ ਦਿਮਾਗ ਲਗਾ ਕੇ ਦਿਮਾਗ ਨੂੰ ਸ਼ਾਂਤ ਕਰਨਾ ਹੈਗਾ। ਪ੍ਰੋਫੈਸ਼ਨਲਿਜ਼ਮ ਕੀ ਹੈਗਾ ਕਿ ਤੁਸੀਂ ਆਪਣੀ ਇੱਕ ਹੌਬੀ ਜਾਂ ਤੁਹਾਡੀ ਕੋਈ ਪ੍ਰੋਫੈਸ਼ਨ ਹੈਗਾ ਉਸ 'ਚ ਡੀਪ ਚਲੇ ਗਏ, ਫਿਰ ਤੁਸੀਂ ਉਸ 'ਚ ਕ੍ਰੀਏਟਿਵ ਨਹੀਂ ਰਹਿੰਦੇ ਗਏ, ਬਾਉਂਡ ਹੋ ਜਾਂਦੇ ਹੋ। ਜੇ ਤੁਸੀਂ ਇੱਕ ਅਕਾਊਂਟੈਂਟ ਦੀ ਡਿਊਟੀ ਕਰ ਰਹੇ ਹੋ ਤਾਂ ਅਕਾਊਂਟੈਂਟ ਦੇ ਵਿੱਚ ਫਸ ਗਏ, ਜੇ ਇੰਜੀਨੀਅਰ ਹੋ ਤਾਂ ਇੰਜੀਨੀਅਰ ਰਹਿ ਗਏ, ਜੇ ਡਾਕਟਰ ਹੋ ਤਾਂ ਡਾਕਟਰੀ ਕਰਦੇ ਪਏ, ਤੁਸੀਂ ਬਾਹਰ ਆ ਕੇ ਸੁਨਿਆਰੇ ਦਾ ਕੰਮ ਨਹੀਂ ਕਰ ਸਕਦੇ ਨਾ, ਬਾਉਂਡ ਹੋ ਗਏ ਨਾ। ਬਟ ਹੌਬੀ ਇੱਕ ਐਸੀ ਚੀਜ਼ ਤੁਹਾਨੂੰ ਆਜ਼ਾਦ ਰੱਖਦੀ ਹੈ ਤੇ ਇਸ ਚੀਜ਼ ਨੂੰ ਮੈਂ ਹਾਲੇ ਵੀ ਹੌਬੀ ਹੀ ਰੱਖਿਆ ਹੈ। ਮੈਂ ਆਪਣੇ ਨੂੰ ਬਾਉਂਡ ਨਹੀਂ ਕੀਤਾ ਕਿ ਮੈਂ ਪੋਰਟਰੇਟ ਖਿੱਚਾਂਗਾ ਜਾਂ ਮੈਂ ਬਰਡਸ ਖਿੱਚਾਂਗਾ ਜਾਂ ਮੈਂ ਲੈਂਡਸਕੇਪ ਖਿੱਚਾਂਗਾ। ਮੈਨੂੰ ਜਿਹੜੀ ਚੀਜ਼ ਅੱਛੀ ਲੱਗਦੀ ਹੈਗੀ ਹੈ ਨੇਚਰ ਦੀ ਬਣਾਈ ਹੋਈ ਹੈ ਕਲਿੱਕ ਕਰਦਾ ਹੈਗਾ। ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਜਨਰਲ ਸੈਕਟਰੀ ਇਸ ਵਕਤ ਸਾਡੇ ਨਾਲ ਨੇ ਦਿਨੇਸ਼ ਵਰਮਾ ਜੀ। ਸੋ ਸਰ ਤੁਸੀਂ ਲੈਂਡਸਕੇਪ ਦੀਆਂ ਫੋਟੋਗ੍ਰਾਫੀ ਕਰਦੇ ਹੋ, ਤਾਂ ਪਹਿਲਾਂ ਤਾਂ ਇਹ ਦੱਸੋ ਕਿ ਫੋਟੋਗ੍ਰਾਫੀ 'ਚ ਇੰਟਰਸਟ ਕਿਵੇਂ ਪਿਆ, ਪੈਸ਼ਨ ਹੈ ਜਾਂ ਫਿਰ ਸ਼ੁਰੂ ਤੋਂ ਹੀ ਸੀਗਾ? ਇਹ ਪੈਸ਼ਨ ਹੈ ਜੀ, ਬਚਪਨ ਤੋਂ ਇੰਟਰਸਟ ਸੀ। ਪਹਿਲਾਂ ਕੈਮਰਾ ਅਫੋਰਡ ਨਹੀਂ ਕਰ ਪਾਉਂਦੇ ਸੀ, ਤਾਂ ਉਸ ਤੋਂ ਬਾਅਦ ਫਿਰ ਫਾਦਰ ਰਿਟਾਇਰ ਹੋਏ, ਉਹਨਾਂ ਨੇ ਕੈਮਰਾ ਲੈ ਕੇ ਦਿੱਤਾ ਵਧੀਆ ਇੱਕ ਆਪਣੇ ਰਿਟਾਇਰਮੈਂਟ 'ਤੇ, ਬਸ ਉਸ ਤੋਂ ਬਾਅਦ ਫਿਰ ਚੱਲ ਰਿਹਾ ਕੰਮ। ਮਤਲਬ ਤੁਸੀਂ ਸ਼ੁਰੂ ਤੋਂ ਹੀ ਫੋਟੋਗ੍ਰਾਫੀ ਕਰ ਰਹੇ ਹੋ? ਹਾਂ, ਫੋਟੋਗ੍ਰਾਫੀ ਤਾਂ ਮਤਲਬ ਕਹ ਲਓ ਹੋ ਗਏ 30-35 ਸਾਲ ਹੋ ਗਏ ਕਰਦੇ ਹੋਏ, ਪਰ ਸੀਰੀਅਸ ਵਾਲੀ ਹੁਣ ਸ਼ੁਰੂ ਕੀਤੀ ਹੈ ਥੋੜ੍ਹੀ ਦੇਰ ਤੋਂ ਹੀ, ਪਿਛਲੇ 5-7 ਸਾਲਾਂ ਤੋਂ। ਸੋ ਤੁਸੀਂ ਜਦੋਂ ਫੋਟੋਗ੍ਰਾਫਿਕ ਖਿੱਚਦੇ ਹੋ ਤਾਂ ਤੁਹਾਡੀ ਵਿਜ਼ਨ 'ਚ ਕੀ ਹੁੰਦਾ? ਕਿਉਂਕਿ ਅਸੀਂ ਦੇਖਾਂਗੇ, ਅਸੀਂ ਇੱਕ ਨਾਰਮਲ ਚੀਜ਼ ਦੇਖਾਂਗੇ, ਬਟ ਤੁਸੀਂ ਉਸ ਨੂੰ ਜਿਸ ਵਿਜ਼ਨ ਨਾਲ ਦੇਖੋਗੇ ਉਹ ਕੋਈ ਨਹੀਂ ਦੇਖ ਸਕਦਾ, ਤਾਂ ਉਸ ਚੀਜ਼ ਨੂੰ ਡਿਸਕ੍ਰਾਈਬ ਕਰੋ। ਦੇਖੋ ਫੋਟੋਗ੍ਰਾਫੀ ਦੇ ਵਿੱਚ ਜੋ ਹੈ ਨਾ, ਫੋਟੋਗ੍ਰਾਫੀ ਕੁਝ ਵੀ ਨਹੀਂ ਹੈ, ਕੋਈ ਵੀ ਫੋਟੋ ਖਿੱਚ ਸਕਦਾ ਹੈ, ਬਹੁਤ ਵਧੀਆ ਖਿੱਚ ਸਕਦਾ ਹੈ। ਸਿਰਫ ਤੁਹਾਡੀ ਜਿਹਨੂੰ ਕਹਿੰਦੇ ਨਾ ਆਈ, ਤੁਹਾਨੂੰ ਤੁਸੀਂ ਦੇਖਣਾ ਹੈ ਤੁਸੀਂ ਕਿ ਇੱਕ ਸੀਨ ਕਿਹੜਾ ਅੱਛਾ ਹੈ, ਬਸ ਉਹ ਚੀਜ਼ ਨੂੰ ਲੱਭਣਾ ਜਿਹੜਾ ਹੈ ਨਾ, ਉਹੀ ਇੱਕ ਆਰਟ ਹੈ ਫੋਟੋਗ੍ਰਾਫੀ। ਅਦਰਵਾਈਜ਼ ਫੋਟੋਗ੍ਰਾਫੀ ਦੇ ਵਿੱਚ ਹੋਰ ਕੁਝ ਨਹੀਂ ਹੈ, ਕੈਮਰਾ ਕੋਈ ਵੀ ਫੜ ਸਕਦਾ। ਬਸ ਅੱਛਾ ਫੋਟੋਗ੍ਰਾਫਰ ਉਹੀ ਹੈ ਜਿਹੜਾ ਕਿ ਚੀਜ਼ ਨੂੰ ਡੀਪਲੀ ਕਲੋਜ਼ਲੀ ਦੇਖ ਪਾਏ, ਡਿਫਰੈਂਸ਼ੀਏਟ ਕਰ ਪਾਏ ਕਿਸ ਐਂਗਲ ਤੋਂ ਫੋਟੋ ਖਿੱਚਣੀ ਹੈ, ਬਸ ਨਥਿੰਗ ਐਲਸ। ਓਕੇ, ਸੋ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਬਾਰੇ ਕੀ ਕਹੋਗੇ ਕਿ ਇਹ ਇਨੀਸ਼ੀਏਟਿਵ ਲਿਆ ਗਿਆ ਹੈ ਮੈਂਬਰਸ ਦੇ ਜਾਂ ਜਿਹੜੀਆਂ ਸਕਿੱਲਸ ਆ ਉਹਨੂੰ ਇੱਕ ਮੋਟੀਵੇਸ਼ਨ ਦੇਣ ਲਈ? देखो इस तरह एक इंडिविजुअल जो है ना एग्जीबिशन लगाना बड़ा मुश्किल है हर इंडिविजुअल वास्ते, तब मिल के एक ਅਸੀਂ ਇੱਕ ਪਲੇਟਫਾਰਮ ਐਸਾ ਮਿਲ ਜਾਂਦਾ ਸਾਰਿਆਂ ਨੂੰ ਜਿੱਥੇ ਆਪਣਾ ਕੰਮ ਸ਼ੇਅਰ ਕਰ ਸਕਦੇ ਹਾਂ, ਆਪਸ ਵੀ ਪਬਲਿਕ ਵੀ। ਸਾਡੀ ਸੁਸਾਇਟੀ ਅਸੀਂ ਬੈਠ ਕੇ ਡਿਸਕਸ਼ਨ ਕਰਦੇ ਹਾਂ ਬਹੁਤ ਲੋਕਾਂ ਨਾਲ, ਆਪਣਾ ਫੋਟੋਗ੍ਰਾਫ ਕੋਈ ਨਾ ਕੋਈ ਦਿਖਾਉਂਦਾ ਹੈ, ਉਹ 'ਤੇ ਡਿਸਕਸ਼ਨ ਹੁੰਦੀ ਹੈ, ਲੋਕ ਸਿੱਖਦੇ ਆ ਉਹਦੇ ਨਾਲ। ਕੋਈ ਵੀ ਬੰਦਾ ਆਪਣੀ ਫੋਟੋ ਲਿਆ ਕੇ ਡਿਸਕਸ ਕਰ ਸਕਦਾ ਹੈ, ਕੋਈ ਹੈਲਪ ਚਾਹੀਦੀ ਹੈ, ਗਾਈਡੈਂਸ ਚਾਹੀਦੀ ਹੈ, ਵਿਲ ਪ੍ਰੋਵਾਈਡ ਦੈਟ। ਤਾਂ ਇੱਦਾਂ ਦੇ ਆਪਣਾ ਐਕਟੀਵਿਟੀਜ਼ ਸਾਡੀਆਂ ਚੱਲਦੀ ਰਹਿੰਦੀਆਂ, ਟ੍ਰਿਪ ਅਸੀਂ ਲੈ ਕੇ ਜਾਂਦੇ ਹਾਂ, ਠੀਕ ਹੈ, ਫੋਟੋ ਵਾਕਸ ਹੁੰਦੀਆਂ, ਇਹ ਸਭ। ਮੇਰੇ ਨਾਲ ਨੇ ਕੈਲਾਸ਼ ਜੀ। ਪਿੱਛੇ ਜਿਹੜੀਆਂ ਫੋਟੋਗ੍ਰਾਫਸ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਵੱਲੋਂ ਕਲਿੱਕ ਕੀਤੀਆਂ ਗਈਆਂ ਨੇ, ਤਾਂ ਪਹਿਲੀ ਗੱਲ ਤੇ ਇਹ ਕਨਸੈਪਟ ਕੀ ਹੈ? ਕਿਉਂਕਿ ਐਜ਼ ਅ ਅਸੀਂ ਦੇਖਾਂਗੇ ਤਾਂ ਸਾਨੂੰ ਬਹੁਤ ਡਿਫਿਕਲਟ ਹੋਊਗਾ ਉਹਨੂੰ ਸਮਝਣ। ਮਿਕਸ ਬੋਲ ਲੂੰ ਐਸੇ ਕੋਈ, ਇਟਸ ਲਾਈਕ ਜਿਹੜੀਆਂ ਫੋਟੋਗ੍ਰਾਫਸ ਨੇ, ਇਟਸ ਮਾਈ ਸਟਾਈਲ ਆਫ ਵਰਕਿੰਗ ਇਜ਼ ਅ ਕਾਈਂਡ ਆਫ ਫਾਈਨ ਆਰਟ ਫੋਟੋਗ੍ਰਾਫੀ where we create things like we collect an elements and then we create a picture. That art is called serial photography और आजकल digital art भी बोल देते हैं। तो इन फोटोग्राफ्स का थीम होता है कोई,
और आप क्रिएट करते हो इन योर इमेजिनेशन, लाइक पेंटर और कार्टूनिस्ट और कोई स्कल्पचर्स बनाते हैं, वो दे क्रिएट समथिंग विच इन देयर माइंड। तो ये जो तीनों सीरीज़ हैं पिक्चर्स, इनमें मेनली हमने वुमेन फेमिनिज़म और उनकी जो सोल है, जो उन्होंने चेहरे लगाए हुए हैं पब्लिक के लिए, एक टैबू के लिए, तो वो दिखाया है कि हाउ शी इज़ गेटिंग आउट ऑफ दोज थिंग्स। जैसे दिस रेड कलर ऑन वन फेस शोज द योर सोल, योर ब्लड कलर, विच मीन्स दैट योर ओरिजिनल इन इज़ कमिंग आउट। तो दैट इज़ द थीम। ਸਰ ਮੈਨੂੰ ਲੱਗਦਾ ਕਿ ਅਸੀਂ ਬਹੁਤ ਘੱਟ ਫਾਈਨ ਆਰਟਸ ਜਿਹੜੀ ਤੁਸੀਂ ਕਹਿ ਰਹੇ ਹੋ, ਫਾਈਨ ਆਰਟਸ ਤੇ ਬਹੁਤ ਘੱਟ ਦੇਖਿਆ ਨੇ। ਤੁਹਾਡੇ ਇਹ ਆਈਡੀਆ ਕਿਵੇਂ ਆਇਆ ਕਿ ਮੈਂ ਇਹ ਫੋਟੋਗ੍ਰਾਫੀ ਕਰਾਂ? आइडिया से आता है आपको जब आप कहीं ना कहीं लोगों से आप इंस्पायर होते हो, चाहे पोएट से हो, चाहे मूवीज़ से हो, तो आप एक आर्ट पीस क्रिएट करते, जैसे एक फिल्म है, फिल्म का मीडियम जिसमें एक डायरेक्टर एक चीज़ क्रिएट करता है टू टेल द स्टोरी, है ना, देयर इज़ अ स्टोरी इन इट। तो ये जो फोटोग्राफ्स हैं इनमें एक स्टोरी है और आप इसको अलग तरह से ले रहे हो। कोई इसको देखेगा, उसको लगेगा कि यार ये, अब जैसे ये ब्लैक और वाइट का ये मतलब है थोड़ा, इसमें ब्लैक और जो हमारी लाइफ है वो ब्लैक एंड वाइट में होती नहीं है, इट इज़ ऑलवेज इन ग्रेज, है ना। तो जो स्किन है वो ग्रे है ना? तो जैसे अब कोई आदमी बहुत ही गंदा है तो अपनी फैमिली के लिए अच्छा है ना, तो वो अगर चोरी भी कर रहा है तो अपने बच्चों के लिए कर रहा है ना। तो इट इज़ ऑलवेज अ ग्रे। तो दिस कॉन्सेप्ट इज़ दैट हाफ इज़ ब्लैक नीचे और वो ग्रे दिखाया। ਕਿ ਬਹੁਤ ਹੀ ਇੱਕ ਨਾਰਮਲ ਫੋਟੋਗ੍ਰਾਫਰ ਲਈ ਉਹ ਚੀਜ਼ ਨੂੰ ਸਮਝਣਾ ਮੇਰੇ ਹਿਸਾਬ ਨਾਲ ਬਹੁਤ ਔਖਾ ਹੈ। ये इनको क्रिएट करना भी बहुत डिफिकल्ट है। इट टेक्स लॉट ऑफ टाइम, लॉट ऑफ आइडिया। इसमें एडिटिंग वर्क की कोई 12-12, 15-15 घंटे का, इफ़ यू नो इट। इफ़ यू डोंट नो इट यू कांट डू इट। तो इट्स दैट्स व्हाई वी कॉल इट अ फाइन आर्ट, है ना। लाइक एवरीबडी का पेंटिंग आप नहीं कर सकते, है ना, और तरह की कई मीडियम्स हैं जो बहुत टफ है। तो दिस ऑल इज़ क्रिएटेड इन फोटोशॉप। इट्स काइंड ऑफ यू कैन से इसमें ज़्यादा कम पोस्ट प्रोसेसिंग होता है। ਮੇਰੇ ਨਾਲ ਨੇ ਖੁਸ਼ਦੀਪ ਸਿੰਘ ਸੇਠੀ, ਜਿਨ੍ਹਾਂ ਦੀਆਂ ਫੋਟੋਗ੍ਰਾਫਸ ਪਿੱਛੇ ਲੱਗੀਆਂ ਹੋਈਆਂ ਨੇ। ਸਭ ਮੈਂ ਦੇਖਿਆ ਸਾਰੀਆਂ ਫਾਲਸ ਦੀਆਂ ਨੇ। ਤੁਹਾਨੂੰ ਫਾਲਸ ਬਹੁਤ ਪਸੰਦ? ਮੈਨੂੰ ਨੇਚਰ ਪਸੰਦ ਹੈ ਤੇ ਨੇਚਰ 'ਚ ਇੱਕ ਸੀਕੁਐਂਸ ਬਣਦੀ ਹੈ ਫਾਲਸ ਦੀ, ਤੇ ਦੂਜੀ ਕਈ ਹੋਰ ਬਣ ਜਾਂਦੀਆਂ ਨੇ, ਕਈ ਬਣਦੀਆਂ ਨੇ ਗ੍ਰੀਨਰੀ ਦੀ, ਕਈ ਐਨੀਮਲਸ ਦੀ ਜਾਂ ਫਿਰ ਲੇਕਸ ਦੀ। ਤੇ ਇਹ ਇੱਕ ਵਾਟਰਫਾਲਸ ਦੀ ਸੀਕੁਐਂਸ ਬਣਾਈ ਮੈਂ। ਸੋ ਇਹਦੇ 'ਚ ਮਤਲਬ ਇਹ ਹੈਗੀ ਫੋਟੋਗ੍ਰਾਫ ਆ, ਬਟ ਪੇਂਟਿੰਗ ਦੀ ਤਰ੍ਹਾਂ ਵੀ ਲੱਗਦੀ ਹੈ, ਤਾਂ ਉਹ ਕਿਵੇਂ? ਇਹ ਟੈਕਨੀਕ ਹੈਗੀ ਫੋਟੋਗ੍ਰਾਫੀ ਦੀ, ਜਿਹਦੇ 'ਚ ਕਿ ਅਸੀਂ ਐਕਸਪੋਜ਼ਰ ਟਾਈਮ ਵਧਾ ਦਿੰਦੇ ਹਾਂ ਇਹਦਾ ਕਾਫੀ, ਤੇ ਉਹਦੇ ਨਾਲ ਫਿਰ ਇਹ ਜਿਸ ਤਰ੍ਹਾਂ ਵਾਟਰਫਾਲ ਦਿਖ ਰਿਹਾ ਤੁਹਾਨੂੰ, ਇਹ ਸਮੂਥ ਕੀਤਾ ਹੋਇਆ, ਉਸ ਟੈਕਨੀਕ ਨਾਲ ਆਉਂਦਾ ਫਿਰ। ਹੋਰ ਕੀ ਕੋਈ ਬੇਸਿਕ ਟਰਮਸ ਹੁੰਦੀਆਂ ਨੇ ਫੋਟੋਗ੍ਰਾਫੀ ਦੀਆਂ ਜਿਹੜੀਆਂ ਪਤਾ ਹੋਣਾ ਚਾਹੀਦੀਆਂ ਇੱਕ ਫੋਟੋਗ੍ਰਾਫੀ ਵਿੱਚ ਬੇਸਿਕ ਟਰਮਸ 3 ਚੀਜ਼ਾਂ ਹੁੰਦੀਆਂ ਨੇ ਜਿਹੜੇ ਦੀ ਹੁੰਦੀਆਂ ਨੇ ਸੰਭਾਲਣੇ ਵਾਲੀਆਂ। ਇੱਕ ਹੁੰਦੀ ਹੈ ਅਪਰਚਰ, ਇੱਕ ਹੁੰਦੀ ਹੈ ਐਕਸਪੋਜ਼ਰ, ਤੇ ਇੱਕ ਹੁੰਦਾ ਇਹਦਾ ISO। ਇਹ 3 ਚੀਜ਼ਾਂ ਦਾ ਕੰਬੀਨੇਸ਼ਨ ਹੁੰਦਾ ਹੈ। ਤੁਸੀਂ ਸੈਟਿੰਗ ਕਿਸ ਤਰ੍ਹਾਂ ਕਰਨੀ ਹੈ, ਤੇ ਨਾਰਮਲੀ ਲੋਕੀ ਜਿਹੜੇ ਫੋਟੋਗ੍ਰਾਫੀ ਕਰਦੇ ਨੇ ਉਹ ਤਾਂ ਆਟੋ 'ਤੇ ਕਰਦੇ ਨੇ, ਪਰ ਜਿਹੜੇ ਅੱਛੀ ਫੋਟੋਗ੍ਰਾਫੀ ਕਰਨਾ ਚਾਹੁੰਦੇ ਨੇ ਉਹ ਫਿਰ ਮੈਨੂਅਲ 'ਤੇ ਕਰਦੇ ਨੇ। ਤੇ ਮੈਨੂਅਲ 'ਤੇ ਇਹਨਾਂ 3 ਚੀਜ਼ਾਂ ਦੀ ਸੈਟਿੰਗ ਹੁੰਦੀ ਹੈ, ਸ਼ਟਰ ਸਪੀਡ, ਐਕਸਪੋਜ਼ਰ ਤੇ ISO। ਤੇ ਇਨ ਤਿੰਨਾਂ ਦਾ ਕੰਬੀਨੇਸ਼ਨ ਬਣਦਾ ਇਹਦਾ। ਤੁਹਾਡਾ ਕਿਵੇਂ ਇੰਟਰਸਟ ਬਣਿਆ ਫੋਟੋਗ੍ਰਾਫੀ ਦੇ? ਮੇਰਾ ਇੰਟਰਸਟ ਕਈ ਸਾਲਾਂ ਦਾ ਹੈ। ਮੇਰਾ ਤਾਂ ਪਹਿਲਾ ਕੈਮਰਾ ਛੋਟਾ ਲਿਆ ਸੀ ਮੈਂ, ਆਕਫਾ ਕਲਿਕ 3 ਆਈ ਥਿੰਕ 1972 'ਚ, 1972 ਤੋਂ ਤਾਂ ਮੇਰਾ ਹੌਬੀ ਸੀ, ਖਿੱਚਦਾ ਸੀ। ਪਰ ਹੁਣੇ ਮੈਂ ਇਹ ਫੋਟੋਗ੍ਰਾਫੀ ਸੋਸਾਇਟੀ ਜੁਆਇਨ ਕੀਤੀ ਹੈ ਕੋਈ ਅੰਦਾਜ਼ਨ 6 ਸਾਲ ਪਹਿਲਾਂ, 6-7 ਸਾਲ ਪਹਿਲਾਂ। ਤੇ ਉਸ ਦੇ ਬਾਅਦ ਮੈਂ ਦੇਖਿਆ ਕਿ ਮੇਰੀ ਫੋਟੋਗ੍ਰਾਫੀ ਜ਼ੀਰੋ ਤੋਂ ਲੈ ਕੇ ਕਾਫੀ ਅੱਛੀ ਹੋ ਗਈ ਹੁਣ। ਤੇ ਪਹਿਲਾਂ ਫੋਟੋਗ੍ਰਾਫੀ ਅੱਛੀ ਨਹੀਂ ਸੀ ਮੇਰੀ। ਮੈਨੂੰ ਆਪ ਲੱਗਦਾ ਹੈ ਕਿ ਬਹੁਤ ਇੰਪਰੂਵਮੈਂਟ ਹੋਈ ਹੈ ਸੋਸਾਇਟੀ ਨਾਲ ਜੁਆਇਨ ਕਰਕੇ। ਕੀ ਲੱਗਦਾ ਕਿ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਮਤਲਬ ਇੱਕ ਮੋਟੀਵੇਸ਼ਨ ਬਣ ਰਹੀ ਹੈ ਕਿਸੇ ਵੀ ਏਜ ਦੇ ਫੋਟੋਗ੍ਰਾਫਰਸ ਲਈ ਜਿਹੜੇ ਵੀ ਮੈਂਬਰ ਨੇ? ਹਾਂਜੀ, ਮੋਟੀਵੇਸ਼ਨ ਤਾਂ ਬਹੁਤ ਬਣਦੀ ਹੈ ਇੱਕ ਦੂਜੇ ਨੂੰ ਦੇਖ ਕੇ, ਕਿ ਅਲੱਗ-ਅਲੱਗ ਟੈਕਨੀਕ ਯੂਜ਼ ਕਰਦੇ ਨੇ ਸਾਰੇ, ਫਿਰ ਉਹ ਦੂਜੇ ਨਾਲ ਸ਼ੇਅਰ ਕਰਦੇ ਨੇ। ਤੇ ਦੂਜਾ ਕਿ ਅਸੀਂ ਕਈ ਵਾਰ ਜਾਂਦੇ ਹਾਂ ਟੂਰ ਦੇ ਉੱਪਰ, ਜਾਂਦੇ ਹਾਂ ਬਾਹਰ ਫੋਟੋਸ਼ਾਪ ਵਰਕਸ਼ਾਪ ਕਰਨੇ ਆ ਅਸੀਂ, ਤੇ ਉਹਦੇ ਕਾਫੀ ਸਿੱਖਣ ਨੂੰ ਮਿਲਦਾ ਹੈ। ਖਾਲੀ ਫੋਟੋਗ੍ਰਾਫੀ ਨਹੀਂ ਬਲਕਿ ਐਡੀਟਿੰਗ ਆਲਸੋ। ਤੇ ਕਿਉਂਕਿ ਫੋਟੋਗ੍ਰਾਫੀ ਦਾ ਹਿੱਸਾ ਤਾਂ ਐਡੀਟਿੰਗ ਹੀ ਹੈ,
ਤੇ ਐਡੀਟਿੰਗ ਦੇ ਵਿੱਚ ਵੀ ਸਾਨੂੰ ਸਪੋਰਟ ਮਿਲਦਾ ਹੈ ਆਪਣੇ ਮੈਂਬਰਸ ਦਾ, ਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਇਹਦੇ ਵਿੱਚ। ਮੇਰੇ ਨਾਲ ਖੜੇ ਨੇ ਕੁਲਭੂਸ਼ਣ ਕੰਵਰ ਜੀ। ਉਹਨਾਂ ਦੀ ਇਹ ਫੋਟੋਗ੍ਰਾਫ ਨਾ ਬਹੁਤ ਹੀ ਇੰਟਰਸਟਿੰਗ ਲੱਗ ਰਹੀ ਹੈ। ਸੋ ਸਰ, ਇਹ ਕਿਸ ਤਰ੍ਹਾਂ ਖਿੱਚੀ ਪਹਿਲਾਂ ਤਾਂ ਤੁਸੀਂ? ਇਹ ਇਸ ਤਰ੍ਹਾਂ ਹੈ ਕਿ ਮੈਂ ਆਪਣੇ ਘਰ ਬਾਲਕਨੀ 'ਚ ਖੜਾ ਸੀਗਾ ਤੇ ਮੈਂ ਦੇਖਿਆ ਮੀਟਿੰਗ ਦੇ ਉੱਤੇ ਨੇ ਪੇੜ ਦੇ ਉੱਤੇ ਸੀਗੇ, ਤੇ ਮੈਂ ਫਟਾਫਟ ਕੈਮਰਾ ਲੈ ਕੇ ਆਇਆ। ਮੈਕਰੋ ਲੈਂਸ ਲੱਗਾ ਹੋਇਆ ਸੀ ਉਹਦੇ 'ਚ, ਤੇ ਹੌਲੀ ਕੇ ਹੱਥ ਕੀਤਾ ਮੈਂ ਤੇ ਮੇਰੀ ਉਂਗਲੀ ਤੇ ਬੈਠ ਗਈ ਹੈ। ਤੇ ਦੂਸਰੇ ਕੈਮਰੇ 'ਚ ਮੇਰਾ ਮਾਈਕਰੋ ਲੈਂਸ ਲੱਗਾ ਹੋਇਆ ਤੇ ਫੋਟੋ ਖਿੱਚੀ ਹੈ ਮੈਂ, ਔਰ ਫੋਟੋ ਵੀ F32 ਤੇ ਖਿੱਚੀ ਹੈ ਤਾਂ ਕਿ ਇਹ ਪੂਰੀ ਬੈਕਗਰਾਉਂਡ ਜਿਹੜੀ ਬਲੈਕ ਹੋ ਜਾਏ। ਅਦਰਵਾਈਜ਼ ਇਹ 3D ਇਫੈਕਟ ਜਿਹੜਾ ਦਿਖਦਾ ਹੈ ਨਾ, ਇਹ ਦਿਖਣਾ ਨਹੀਂ ਸੀ। ਤੁਹਾਡੀਆਂ ਸਾਰੀਆਂ ਫੋਟੋਗ੍ਰਾਫਸ ਜਿਹੜੀਆਂ ਉਹ ਬਰਡਸ ਤੇ ਆ, ਸੋ ਤੁਸੀਂ ਬਰਡ ਫੋਟੋਗ੍ਰਾਫੀ ਕਰਦੇ ਹੋ? ਨਹੀਂ, ਮੈਂ ਬੇਸਿਕਲੀ ਬਟਰਫਲਾਈਜ਼ ਤੇ ਕੰਮ ਕਰਦਾ ਹਾਂ, ਔਰ ਮੈਂ ਚੰਡੀਗੜ੍ਹ 'ਚ ਪਿਛਲੇ 15 ਸਾਲ ਤੋਂ 137 ਸਪੀਸੀਜ਼ ਆਫ ਬਟਰਫਲਾਈਜ਼ ਮੈਂ ਰਿਕਾਰਡ ਕੀਤੀਆਂ, ਆਈਡੈਂਟੀਫਾਈ ਕੀਤੀਆਂ। ਹਾਂਜੀ, ਤੇ ਵੈਸੇ ਮਾਈਗ੍ਰੇਟਰੀ ਬਰਡਸ ਵਗੈਰਾ ਵੀ ਕਰਦਾ ਮੈਂ। ਇੱਕ ਫੋਰੈਸਟ ਡਿਪਾਰਟਮੈਂਟ ਦੇ ਨਾ ਫੇਸਬੁੱਕ ਦੇ 2 ਪੇਜ ਹੈ, ਇੱਕ ਬਟਰਫਲਾਈਜ਼ ਆਫ ਚੰਡੀਗੜ੍ਹ, ਇੱਕ ਮਾਈਗ੍ਰੇਟਰੀ ਬਰਡ ਆਫ ਸੁਖਨਾ ਲੇਕ। ਉਹਨਾਂ ਦੋਨਾਂ ਦਾ ਐਡਮਿਨਿਸਟ੍ਰੇਟਰ ਹੈ ਮੈਂ, ਤੇ ਉੱਥੇ ਕਾਫੀ ਬੱਚੇ ਸਕੂਲ ਦੇ ਕਾਲਜਿਸ ਦੇ ਜੁੜੇ ਹੋਏ ਹੈ। ਉਹ ਕੋਈ ਫੋਟੋ ਖਿੱਚ ਕੇ ਲਿਆਉਂਦੇ ਆ ਤਾਂ ਉਹਨਾਂ ਦੀ ਆਈਡੈਂਟੀਫਾਈ ਮੈਂ ਕਰਦਾ ਹਾਂ, ਤੇ ਕਾਫੀ ਫੁੱਟਫਾਲ ਹੈਗੀ ਉਹਨਾਂ ਦੀ ਲੋਕਾਂ ਦੀ। ਸੋ ਤੁਹਾਡਾ ਕਿਵੇਂ ਇੰਟਰਸਟ ਬਣਿਆ? ਤੁਸੀਂ ਕਿਹਾ ਕਿ ਕਿੰਨੇ ਸਾਲਾਂ ਤੋਂ ਤੁਸੀਂ ਫੋਟੋਗ੍ਰਾਫੀ ਕਰ ਰਹੇ ਹੋ, ਕਿ ਕਿਵੇਂ ਇੰਟਰਸਟ ਬਣਿਆ ਫੋਟੋਗ੍ਰਾਫੀ ਦੇ ਵਿੱਚ? ਇੰਟਰਸਟ ਇਹ ਇਸ ਤਰ੍ਹਾਂ ਸੀ ਨਾ, ਕੋਈ ਕਈ ਵਾਰੀ ਗਲਤੀ ਹੋ ਜਾਂਦੀ ਹੈ ਆਪਣੇ ਕੋਲੋਂ। ਮੇਰੇ ਕੋਲ ਗਲਤੀ ਨਾਲ ਨਾ ਮੇਰੇ ਲਾਈਮ ਟਰੀ ਲੱਗਾ ਹੋਇਆ ਸੀਗਾ, ਉਹਦੇ 'ਤੇ ਕੁਛ ਨਾ ਕੀੜੇ ਲੱਗੇ ਹੋਏ ਸੀ, ਤੇ ਫਰੂਟ ਉਹਨੂੰ ਲੱਗਦਾ ਨਹੀਂ ਸੀਗਾ, ਤੇ ਮੈਂ ਸਪਰੇਅ ਕਰਕੇ ਮਰਵਾਤੇ। ਤੇ ਥੋੜੀ ਦਿਨ ਬਾਅਦ ਨਾ ਮੇਰਾ ਬੇਟਾ ਇੰਜੀਨੀਅਰ ਹੈ, तो ही सेड मी कि आई वांट टू जॉइन कैटरपिलर कंपनी, कंस्ट्रक्शन इक्विपमेंट बनाते हैं। आई से गो हैड। तो मैं थोड़ा होंगे पेरेंट्स जोड़े होंगे ना कि खुली छुट्टी दे भी देन, फिर भी पीप इंटू करते रहते हैं। मैं चलो होर नहीं कंपनी की मैं टर्नओवर तो देख ही सकता है। वो जिदा ही मैं कैटरपिलर टाइप किया उही बटरफ्लाई के कैटरपिलर आ गए। फिर मैं रिमेंबर किया कि मैं देखे हुए किते अगे, फिर जो जो देखा तो मोस्ट ब्यूटीफुल बटरफ्लाई लाइम बटरफ्लाई ਉਹਦੇ कैटरपिलर मेरे तो मर गए गलती नाल। तो मैं रिटायर तो हो गया सीगा जॉब तो। दैन आई स्विच ओवर के अज तो बाद मैं हैंड्स फोर्थ बटरफ्लाई की कंजरवेशन से काम करूँगा। तो मैं उदों का कर रहे हैं। और मैं जो करता सी उत्थे चंडीगढ़ सिर्फ 2 बंदे सीगे, एक डॉक्टर भजनी एक डॉक्टर वालिया, ਜਿਹੜੇ ਬਟਰਫਲਾਈਜ਼ ਤੇ ਕੰਮ ਕਰਦੇ ਸੀ, ਹੋਰ ਕੋਈ ਨਹੀਂ ਕਰਦਾ ਸੀ। ਮੈਂ 68 ਤੋਂ ਫੋਟੋਗ੍ਰਾਫੀ ਕਰਦਾ, ਮੈਂ ਬਟਰਫਲਾਈ ਕਦੇ ਦੇਖੀ ਤੱਕ ਨਹੀਂ, ਫੋਟੋ ਤਾਂ ਦੂਰ ਦੀ ਗੱਲ ਹੈ। ਔਰ ਉਸ ਤੋਂ ਬਾਅਦ ਮੈਂ ਬਟਰਫਲਾਈਜ਼ ਨੂੰ ਇੰਨਾ ਪਾਪੂਲਰਾਈਜ਼ ਕੀਤਾ ਹੈ ਕਿ ਨਾਓ ਏ ਡੇਜ਼ ਆਈ ਐਮ ਕਾਲਡ ਬਟਰਫਲਾਈ ਮੈਨ ਆਫ ਚੰਡੀਗੜ੍ਹ। ਇੰਨੀਆਂ ਸਪੀਸੀਜ਼ ਮੈਂ ਇੱਥੇ ਕਲੈਕਟ ਕੀਤੀਆਂ। ਮਤਲਬ ਉਹ ਇੱਕ ਰਿਗਰੈਟ ਨੇ, ਉਹ ਪਛਤਾਪ ਹੁੰਦਾ ਨਾ, ਉਹ ਮੈਂ ਕਰ ਰਿਹਾ ਬਸ। ਹੁਣ ਆਲਮੋਸਟ ਮੈਨੂੰ ਸੈਟਿਸਫੈਕਸ਼ਨ ਹੈ ਕਿ ਜਿਸ ਕੰਮ ਨੂੰ ਮੈਂ ਸ਼ੁਰੂ ਕੀਤਾ ਸੀਗਾ ਉਹ ਮਤਲਬ ਕਾਫੀ ਮੈਂ ਅਚੀਵ ਕਰ ਚੁੱਕਾ ਹਾਂ। ਇਸ ਵਕਤ ਮੇਰੇ ਨਾਲ ਨੇ MS ਸੇਖੋਂ ਜੋ ਕਿ ਪ੍ਰੋਫੈਸਰ ਵੀ ਨੇ ਜਿਓਗ੍ਰਾਫੀ ਦੇ। ਸੋ ਸਰ, ਤੁਸੀਂ ਜਿਓਗ੍ਰਾਫੀ ਨੂੰ ਫੋਟੋਗ੍ਰਾਫੀ 'ਚ ਉਤਾਰ ਰਹੇ ਹੋ? ਕੋਸ਼ਿਸ਼ ਕਰਦਾ, ਦੈਟਸ ਮਾਈ ਇੰਡੇਵਰ ਕਿ ਵੀ ਜਿਓਗ੍ਰਾਫੀ ਜਿਹੜੀ ਹੈਗੀ ਆ ਉਹ ਫੋਟੋਆਂ ਦੇ ਥਰੂ ਪੜ੍ਹਾਈ ਜਾਵੇ। ਹਾਂਜੀ, ਤਾਂ ਤੁਸੀਂ ਜਦੋਂ ਪੜ੍ਹਾਉਂਦੇ ਹੋ ਉਦੋਂ ਆਪਣੇ ਸਟੂਡੈਂਟਸ ਨੂੰ ਵੀ ਦਿਖਾਉਂਦੇ ਹੋ ਵੀ ਹਾਂ ਇਹ ਫੋਟੋਗ੍ਰਾਫੀ? ਮੈਂ ਸਾਰੀਆਂ ਸਲਾਈਡਸ ਯੂਜ਼ ਕਰਦਾ ਆ ਉਹਨਾਂ ਨੂੰ ਦਿਖਾਉਣ ਵਾਸਤੇ, ਕਿਉਂਕਿ ਜਿਓਗ੍ਰਾਫੀਕਲ ਫੀਚਰਸ ਦੀਆਂ ਵੀ ਮੈਂ ਟਰੈਵਲ ਕਰਦਾ, ਮੈਂ ਜਿਓਗ੍ਰਾਫੀਕਲ ਫੀਚਰਸ ਦੀਆਂ ਫੋਟੋਆਂ ਖਿੱਚਦਾ ਉਹਨਾਂ ਨੂੰ, ਆਈ ਸ਼ੋ ਇਟ ਟੂ ਦੈਮ। ਕਿ ਮਤਲਬ ਇਸ ਚੀਜ਼ ਨੂੰ ਕਿਵੇਂ ਤੁਸੀਂ ਮੋਟੀਵੇਟ ਹੋਏ ਇਸ ਚੀਜ਼ ਲਈ ਕਿ ਇਹੀ ਫੋਟੋਗ੍ਰਾਫੀ ਕਰਨੀ? ਵੈਲ, ਮੈਂ ਬਚਪਨ ਤੋਂ ਮੈਨੂੰ ਸ਼ੌਂਕ ਹੈਗਾ, ਮੇਰੇ ਫਾਦਰ ਫੋਟੋਗ੍ਰਾਫੀ ਕਰਦੇ ਸੀਗੇ, ਉਹਨਾਂ ਤੋਂ ਮੈਂ ਸਿੱਖਿਆ ਤੇ ਬਸ ਆਈ ਜਸਟ ਸਟਾਰਟਡ ਮੇਕਿੰਗ ਪਿਕਚਰਸ, ਦੈਟਸ ਇਟ। ਮਤਲਬ ਪ੍ਰੋਫੈਸਰ ਵੀ ਹੋ ਤੇ ਨਾਲ ਦੀ ਨਾਲ ਟਾਈਮ ਨਿਕਲ ਜਾਂਦਾ ਕਿ ਕਦੀ ਕਦੀ ਅਸੀਂ ਟਾਈਮ ਕੱਢਣਾ ਪੈਂਦਾ ਕੁਝ ਵੀ ਕਰਨ ਲਈ। ਮੈਂ ਹੋਰ ਵੀ ਬਹੁਤ ਕੁਝ ਕਰਦਾ ਫੋਟੋਗ੍ਰਾਫੀ ਤੋਂ ਇਲਾਵਾ, ਬਟ ਟਾਈਮ ਕੱਢੀਦਾ। ਕਿਉਂਕਿ ਹੁਣ ਜਿਸ ਤਰ੍ਹਾਂ ਫੋਟੋਗ੍ਰਾਫਸ ਆ, ਹੁਣ ਕਈ ਜਗ੍ਹਾਵਾਂ 'ਤੇ ਅਸੀਂ ਨਹੀਂ ਜਾ ਸਕਦੇ ਤਾਂ ਅਸੀਂ ਉਹ ਫੋਟੋਗ੍ਰਾਫਸ ਰਾਹੀਂ ਜਿਹੜੀਆਂ ਕੈਪਚਰ ਹੋਈਆਂ ਹੁੰਦੀਆਂ ਨੇ ਅਸੀਂ ਉਹ ਦੇਖ ਸਕਦੇ ਹਾਂ, ਹੈ ਨਾ? ਤਾਂ ਤੁਸੀਂ ਉਸ ਚੀਜ਼ ਲਈ ਟਾਈਮ ਕੱਢਦੇ ਹੋ ਐਂਡ ਇਹ ਸਭ ਕਰਦੇ ਹੋ? ਟਰੈਵਲ ਕਰਦਾ ਨਾ ਮੈਂ ਬਹੁਤ, ਮੈਂ ਆਪਣੇ ਸਟੂਡੈਂਟਸ ਨੂੰ ਫੀਲਡ ਵਰਕ ਲਈ ਲੈ ਕੇ ਜਾਂਦਾ ਅਤੇ ਫਿਰ ਅਸੀਂ ਉੱਥੋਂ ਤਸਵੀਰਾਂ ਖਿੱਚ ਲਿਆਉਂਦੇ ਹਾਂ, ਜੋ ਵੀ ਉਹਨਾਂ ਨੂੰ ਅਸੀਂ ਦੱਸਦੇ ਪੜ੍ਹਾਉਂਦੇ ਹਾਂ।
So there's a lot of this thing. Otherwise मेरी hobby हैगी है. This is just one type of photography I do. I do bird photography also. मैं bird watcher हाँ एक. मैं ਚੰਡੀਗੜ੍ਹ ਬਰਡ ਕਲੱਬ ਦਾ ਪ੍ਰੈਜ਼ੀਡੈਂਟ ਵੀ ਹਾਂ ਬਹੁਤ ਸਾਲਾਂ ਤੋਂ ਤੇ ਅਸੀਂ ਬਰਡ ਵਾਚਿੰਗ ਕਰਦੇ ਹਾਂ. ਮੈਂ ਇੱਥੇ ਬਰਡਸ ਦੀਆਂ ਫੋਟੋਆਂ ਲਾਈਆਂ ਨਹੀਂ ਕਿਉਂਕਿ ਅਸੀਂ ਹਰ ਸਾਲ 2-3 ਬਰਡ ਫੋਟੋਗ੍ਰਾਫੀ ਦੀਆਂ ਐਗਜ਼ੀਬਿਸ਼ਨਸ ਲਾਉਂਦੇ ਹਾਂ ਤੇ ਇਸ ਕਰਕੇ ਮੈਂ ਕੋਈ ਬਰਡਸ ਦੀਆਂ ਫੋਟੋਆਂ ਨਹੀਂ ਲਾਈਆਂ ਇੱਥੇ. ਨਵਨੀਤ ਸਕਸੈਨਾ ਮੇਰੇ ਨਾਲ ਨੇ ਸਰ ਫੋਟੋਗ੍ਰਾਫਸ ਤੁਸੀਂ ਕਲਿੱਕ ਕੀਤੀਆਂ ਤੁਸੀਂ ਕੀ ਵਿਜ਼ਨ ਲੈ ਕੇ ਜਾਂਦੇ ਹੋ ਜਦੋਂ ਤੁਸੀਂ ਇਹ ਵੀ ਕਲਿੱਕ ਕੀਤੀ ਤਾਂ ਕੀ ਵਿਜ਼ਨ ਸੀ ਤੁਹਾਡੀ ਇਸ फोटोग्राफी मेरे को विजन में तो ये था दैट आई वांटेड अ ब्यूटीफुल प्लेस. इस जगह का मैंने बहुत नाम सुना हुआ था. दिस इज़ अ पैराडाइज फॉर ऑल आर्टिस्ट. यहाँ का सेरेमिक इंडस्ट्री बहुत अच्छा है. यहाँ पे लेदर गुड्स का बहुत है एंड बेसिकली यहाँ पे जो पेंटर्स हैं उनकी वर्कशॉप्स फॉर 6 मंथ्स चलती हैं. दे कम एंड स्टे हियर. सो दिस इज़ अ वेरी वेल नोन विलेज. इट्स अ विलेज इन इटली अमाल्फी कोस्ट एंड इट्स वेरी वेल नोन. सो हम गए थे इधर तो मेरे को इसकी जो ब्यूटी थी दैट इज़ व्हाट आई वांटेड एंड ब्यूटी वाज देयर विद द वाटर. सो आई वांटेड टू टेक अ पिक्चर जिसमें पानी भी दिखे पूरा शहर भी जो इनका है विलेज है वो भी दिखे. एंड ये सनसेट के टाइम में मैंने ली है पोस्ट सनसेट. दैट इज़ व्हाई यू कैन सी द लाइट्स आर ऑन. स्लो शटर स्पीड का यूज़ किया है एंड वेरी वाइड एंगल लेंस बेसिकली. कब से फोटोग्राफी में आपका एज अ पैशन आपने ये कर रहे हैं? I'll tell you, मैं जब स्कूल में था जब से था. मैं फर्स्ट टाइम टेलीविज़न पे 1984 में आया था. आई बीन विनिंग अवार्ड सिंस 1980 ऑनवर्ड्स. आप पैदा भी नहीं हुए थे शायद जब तक. सो आई बीन डूइंग पिक्चर्स फॉर क्वाइट सम टाइम. आई हैव बीन शूटिंग प्रोफेशनली. आई गॉट क्लाइंट्स फ्रॉम न्यूजीलैंड टू कैनेडा. वी फ्लाई फ्रॉम हियर एंड शूट पिक्चर्स कम बैक. बड़ा अच्छा है एंड वेरियस बुक्स के ऊपर मैंने काम किया है. चंडीगढ़ के ऊपर भी काम किया है मैंने. प्लस आई लेड अ टीम ऑफ फोटोग्राफर्स पीएससी की. हम तेलंगाना गए थे अ टीम ऑफ 10 फोटोग्राफर्स और उसके ऊपर भी एक कॉफ़ी टेबल बुक निकली हुई है. सो यस फोटोग्राफी होती रहती है हमारा तो चलता रहता है. मतलब कि जो लोग अभी नहीं जा रहे लाइक इंटरनेशनल या कभी बाहर नहीं गए तो वो एक ग्लिम्स देख सकते हैं कि आपकी फोटोग्राफ्स के. एब्सोल्युटली मेरे तो वर्ल्ड ट्रैवल के ऊपर पूरा ही है पिक्चर्स फ्रॉम सादर्न हेमिस्फेयर नॉर्दर्न हेमिस्फेयर सब जगह है. सो एटलीस्ट मेरी हमेशा पिक्चर्स जब भी लगती हैं इंडिया की तो कम ही लगाता हूँ. मेरी बाहर की ज़्यादा होती हैं. दैट इज़ ट्रू. ਰਾਜਵੀਰ ਸਿੰਘ ਸਾਡੇ ਨਾਲ ਨੇ ਇਹਨਾਂ ਦੀ ਇਹ ਫੋਟੋਗ੍ਰਾਫ ਸਰ ਕੀ ਸੋਚਿਆ ਸੀ ਕੀ ਵਿਜ਼ਨ ਸੀ ਇਸ ਵਕਤ? ਵਿਜ਼ਨ ਤਾਂ ਕੁਝ ਜ਼ਿਆਦਾ ਖਾਸ ਨਹੀਂ ਸੀਗਾ. ਇਟ ਵਾਸ ਜਸਟ ਸਪਰ ਆਫ ਦ ਮੂਮੈਂਟ ਤੇ ਮੈਨੂੰ ਬਹੁਤ ਵਧੀਆ ਲੱਗਿਆ. ਸ਼ੈਡੋ ਬੰਦੇ ਤੋਂ ਬਹੁਤ ਲੰਬੀ ਹੈ. ਸੋ ਕਈ ਵਾਰ ਬੰਦਾ ਸੋਚਦਾ ਕਿ ਜ਼ਿਆਦਾਤਰ ਆਪਾਂ ਕਹਿੰਦੇ ਕਿ ਪਰਛਾਈ ਪਿੱਛੇ ਹੁੰਦੀ ਬੰਦੇ ਦੇ ਹਰਕਤ. ਇਹ ਹੁਣ ਅੱਗੇ ਜਾ ਰਹੀ ਹੈ ਪਰਛਾਈ ਬੰਦੇ ਤੋਂ. ਸੋ ਜਸਟ ਐਂਡ ਦ ਟੈਕਸਚਰ ਜੋ ਹੈ ਇਸਦਾ ਪਿੱਛੇ ਆਇਆ. This made a great photograph and art piece. And this is JP Masuri Hotel and very skybox clear ਸੀਗਾ ਤੇ composition ਤੇ colors flowers ਇਸ ਦੇ ਕਾਫੀ ਮੈਚ ਕਰ ਗਏ ਤੇ ਇਸ ਕਰਕੇ ਇਹ ਮੈਨੂੰ ਸ਼ਾਟ ਚੰਗਾ ਲੱਗਿਆ ਸੀਗਾ. ਐਂਡ ਇਹ ਹੈ ਕਾਂਗੜਾ ਵੈਲੀ ਧਰਮਸ਼ਾਲਾ. ਸੋ ਮੈਂ ਸੈਰ ਤੇ ਨਿਕਲਿਆ ਸੀਗਾ ਤੇ ਲਾਈਟਿੰਗ ਬਹੁਤ ਚੰਗੀ ਆ ਰਹੀ ਹੈ. ਇਟ ਇਜ਼ ਅਬਾਊਟ ਸਨਸੈਟ ਦਾ ਟਾਈਮ ਸੀਗਾ. ਲਾਈਟਿੰਗ ਇਫ ਯੂ ਸੀ ਦ ਲਾਈਟ ਇਫੈਕਟ ਔਨ ਦ ਟਰੀਜ਼. ਸੋ ਦਿਸ ਮੇਡ ਅ ਸ਼ਾਟ ਫॉर ਮੀ. ਤੁਸੀਂ ਇਦਾਂ ਦੇ ਫੋਟੋਗ੍ਰਾਫਰ ਹੋ ਕਿ ਜਿੱਥੇ ਕੁਝ ਵਧੀਆ ਲੱਗਾ ਬਸ ਕਲਿੱਕ ਕਰ ਲੈ? ਨਹੀਂ ਕਲਿੱਕ ਆਈ ਹੋਣੀ ਚਾਹੀਦੀ ਨਾ. ਹੁਣ ਇਹ ਹੁਣ ਮੈਂ ਆਪਣੀ ਬੈਲਕਨੀ ਤੋਂ ਖੜੇ ਹੋ ਕੇ ਕਲਿੱਕ ਕੀਤਾ. ਲੋਕੀ ਸਾਰੇ ਦੇਖਦੇ ਰੋਜ਼ ਬਟ ਯੂ ਹੈਵ ਟੂ ਕੈਚ ਦ ਪਰਸਪੈਕਟਿਵ ਵਾਟ ਯੂ ਵਾਂਟ ਟੂ ਕਲਿੱਕ. ਹਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਕੋਸਟਲੀ ਫੋਟੋਗ੍ਰਾਫਰ ਹੋ? नो 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 जस्ट किडिंग. सो नहीं काफ़ी खिंचते हैं ਅਸੀਂ ਬਾਕਸ ਵਗੈਰਾ ਤੇ ਜਾਂਦੇ ਹਾਂ ਜੋ ਪੀਐਸਸੀ ਕਰਾਉਂਦੇ ਐਂਡ ਦਿਸ ਇਜ਼ ਵਾਟ ਮਾਈ ਵਰਕ ਇਜ਼. ਸੋ ਇਹ ਫੋਟੋਗ੍ਰਾਫ ਜੋ ਤੁਸੀਂ ਦੇਖ ਰਹੇ ਹੋ ਇਹ ਸੈਲੂਲਰ ਜੇਲ੍ਹ ਦੀ ਹੈ. ਇਹ ਸ਼ਰੀਨ ਸੇਠ ਸਿੰਘ ਦੁਆਰਾ ਖਿੱਚੀ ਗਈ ਹੈ. ਸੋ ਮੈਮ ਕੀ ਸੋਚਿਆ ਸੀਗਾ ਇਹ ਫੋਟੋ खिंचਣ ਵਾਲਾ? एक्चुअली जैसे आप देखो इसमें लाइंस दिख रही हैं, डेप्थ दिख रही है. द लाइफ इज़ लाइक शैडो, कभी धूप कभी छाँव. द हैप्पीनेस एंड सोनेस एंड if you go deep down it is a serene environment that it gives. Looks so enticing but
Otherwise, if you view it, it was a living hell because it was just a small cell. There only they have to urinate, defecate, and eat also. It was a like torturous sight to watch. So it looks enticing, but it goes ups and downs. So that's why we thought था कि जैसे ये lines हैं, you can see up down, like life circle goes down and up. ਮਤਲਬ ਇਟ ਹੈਜ਼ ਅ ਸਟੋਰੀ ਬਟ ਇਹ ਸਿਰਫ ਤੁਸੀਂ ਸਮਝਾ ਸਕਦੇ ਹੋ ਤਾਂ ਕੋਈ ਦੇਖਣ ਵਾਲਾ ਉਹ ਸਿਰਫ ਇਹ ਚੀਜ਼ ਦੇਖੇਗਾ, ਉਹਨੂੰ ਇਹ ਨਹੀਂ ਪਤਾ ਲੱਗੇਗਾ ਕਿ ਹਾਂ ਇਹਦੇ ਪਿੱਛੇ ਸਟੋਰੀ ਕੀ ਆ, ਇਨ ਰੀਅਲੀ ਕੀ ਚੀਜ਼ ਆ। Story, the last cell is the Veer Savarkar cell. Otherwise, if you see, otherwise you can get to know that like it was I'm like, how can I explain to you, like if you like I said, like deep down, up down, like our life goes. So there is happiness, there is sadness, but life circle. So it's giving a depth to it, whole down there. आपने फोटोग्राफी कब से स्टार्ट? मैंने 2013 में स्टार्ट करी थी. आई नो डी सक्सेना, उनके अंडर ही आई लर्न फोटोग्राफी. It was just by I used to click photography, otherwise he saw the passion in me. So then I went to Singapore, then I learned photography properly, and then other workshops I attended slowly. So this is my hobby, otherwise I am a woman entrepreneur. I run my own business. This is side hobby that like anything that you feel okay, it has got the depth, but yes, like you said, no one can understand until I explain to it. ਮੈਂ ਚਾਹੂੰਗੀ ਕਿ ਤੁਸੀਂ ਡਿਸਕ੍ਰਾਈਬ ਕਰੋ ਪੂਰੇ ਡੇ ਟਾਈਮ 'ਚ ਤੁਸੀਂ ਖਿੱਚੀਆਂ ਨੇ, ਇੱਕ ਮਾਰਨਿੰਗ ਈਵਨਿੰਗ। ਭਾਈ ਇਸ ਤਰ੍ਹਾਂ ਹੈ ਕਿ ਸ਼ਿਮਲਾ ਵਿੱਚ ਮੈਂ ਕਾਲਕਾ ਸ਼ਿਮਲਾ ਰੇਲਵੇ ਦੀ ਬਹੁਤ ਫੋਟੋਗ੍ਰਾਫੀ ਕਰਦਾ, ਤਾਂ ਮੇਰਾ ਇੱਕ ਇਹ ਵੀ ਸੀਗਾ ਕਿ ਜਦ ਵੀ ਸਨੋਫਾਲ ਹੁੰਦਾ ਹੈਗਾ ਨਾ, ਸਨੋਫਾਲ ਵਿੱਚ ਵੀ ਦੇਖਿਆ ਜਾਏ ਕਿ ਕਿਸ ਤਰ੍ਹਾਂ ਦਾ ਫੀਲਿੰਗ ਆਉਂਦੀ ਹੈਗੀ, ਤਾਂ ਮੈਂ ਇੱਕ ਰਾਤ ਪਹਿਲਾਂ ਹੀ ਆ ਗਿਆ ਸੀ ਇੱਥੇ, ਔਰ ਜਦ ਸਵੇਰੇ ਸਨੋਫਾਲ ਸ਼ੁਰੂ ਹੋਇਆ ਤਾਂ ਮੈਂ ਬਿਲਕੁਲ ਨਿਕਲ ਕੇ ਗਿਆ ਤਾਂ ਉਹ ਜਿਹੜੀ ਲਾਸਟ ਵਾਲੀ ਪਿਕਚਰ ਹੈ ਉਹ ਕਲਿੱਕ ਕਰੀ ਗਈ ਜਦ ਬਹੁਤ ਹਾਲੇ ਸਵੇਰ ਸ਼ੁਰੂ ਹੀ ਹੋਈ ਸੀ। ਔਰ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਦਿਨ ਹੁੰਦਾ ਰਿਹਾ ਤਾਂ ਬਹੁਤ ਜ਼ਿਆਦਾ ਹੈਵੀ ਸਨੋਫਾਲ ਹੋ ਗਿਆ, ਉਸ ਵਿੱਚ ਸੈਕਿੰਡ ਜਿਹੜੀ ਹੈ ਬਹੁਤ ਜ਼ਿਆਦਾ ਸਨੋਫਾਲ ਦੀ ਹੈ। ਔਰ ਲਾਸਟ ਵਿੱਚ ਹੈਗੀ ਜਿਹੜੀ ਇਹ ਥੋੜ੍ਹਾ ਜਿਹਾ ਜਦ ਸਨੋਫਾਲ ਸੈਟਲ ਹੋ ਗਿਆ ਸੀ, ਲੇਟ ਆਫਟਰਨੂਨ ਦੀ ਹੈਗੀ। ਔਰ ਬੇਸਿਕਲੀ ਇਹ ਕਿ ਬਹੁਤ ਲੋਕ ਟਰੈਵਲ ਵੀ ਕਰਦੇ ਹੈ ਇਸ ਟ੍ਰੇਨ ਦੇ ਨਾਲ, ਪਰ ਜੋ ਸਨੋ ਦੇ ਵਿੱਚ ਹੁੰਦਾ ਹੈ ਉਹ ਬਿਲਕੁਲ ਐਟਮੋਸਫੀਅਰ ਫਰਕ ਹੋ ਜਾਂਦਾ ਹੈਗਾ ਕਿ ਤੁਸੀਂ ਸੋਚ ਨਹੀਂ ਸਕਦੇ, ਉਹ ਬਹੁਤ ਡਰਾਮੈਟਿਕ ਹੋ ਜਾਂਦਾ ਹੈ। ਔਰ ਬਹੁਤ ਹੀ ਹਰ ਟੂਰਿਸਟ ਦੀ ਨਾ ਇੱਕ ਇਹ ਹੁੰਦੀ ਹੈਗੀ, ਵਿਸ਼ ਹੁੰਦੀ ਹੈਗੀ ਕਿ ਉਹ ਸਨੋਫਾਲ ਦੇ ਅੰਦਰ ਕਰੇ। ਔਰ ਸਾਡੇ ਜਿਹੜੇ ਇੰਡੀਅਨ ਮਾਊਂਟੇਨ ਰੇਲਵੇ ਹੈ ਉਸ ਵਿੱਚ ਨੀਲਗਿਰੀ ਮਾਊਂਟੇਨ ਰੇਲਵੇ ਹੈ ਜਿਹੜੇ ਪਹਾੜ ਜਾਂਦੀ ਟ੍ਰੇਨ, ਇੱਕ ਦਾਰਜਲਿੰਗ ਜਾਂਦੀ ਹੈਗੀ, ਇੱਕ ਹੋਰ ਹੈਗੀ ਜਿਹੜੀ ਕਿ ਮਹਾਰਾਸ਼ਟਰ 'ਚ ਚੱਲਦੀ ਹੈ, ਬਾਕੀ ਇਹ ਹੈਗੀ। ਅਤੇ ਇਸ ਸਿਰਫ ਇਹੀ ਮਾਊਂਟੇਨ ਰੇਲਵੇ ਹੈਗਾ ਜਿੱਥੇ ਸਨੋਫਾਲ ਤੁਸੀਂ ਦੇਖ ਸਕਦੇ ਹੈਗੇ, ਟਰੈਕ ਦੇ ਨਾਲ ਵੀ ਬਰਫ਼ ਪਈ ਦੇਖ ਸਕਦੇ ਹੈਗੇ, ਬਾਕੀ ਬਰਫ਼ ਨਹੀਂ ਇਸ ਤਰ੍ਹਾਂ ਨਜ਼ਰ ਆਉਂਦੀ, ਅਤੇ ਇਸ ਵਿੱਚ ਬਰਫ਼ ਨਜ਼ਰ ਆਉਂਦੀ ਹੈ, ਤਾਂ ਇਸ ਕਰਕੇ ਇਹਦਾ ਯੂਨੀਕ ਫੀਚਰ ਹੈਗਾ ਇਹ। ਇਹ ਫੋਟੋ ਖਿੱਚਣ 'ਚ ਕੋਈ ਡਿਫਿਕਲਟੀ ਆਈ ਹੋਵੇਗੀ ਜਦੋਂ ਸਨੋਫਾਲ? ਡਿਫਿਕਲਟੀ ਹਾਂ, ਬਹੁਤ ਸਨੋ ਬਹੁਤ ਤੇਜ਼ ਹੋ ਰਹੀ ਸੀਗੀ, ਔਰ ਮੇਰੇ ਕੋਲ ਅੰਬਰੇਲਾ ਸੀਗਾ ਤਾਂ ਉਹਨੂੰ ਹੋਲਡ ਕਰਕੇ ਥੋੜ੍ਹਾ ਜਿਹਾ ਕੰਪੋਜੀਸ਼ਨ ਵੀ ਦੇਖਣਾ ਸੀਗਾ ਕਿ ਪਿਕਚਰ ਫਲੈਟ ਨਾ ਹੋਏ ਜਾਂ ਕੁਛ ਨਾ ਹੋਏ, ਤਾਂ ਉਹ ਸਭ ਤੋਂ ਅੱਛਾ ਸੀ ਜਿਹੜੇ ਉੱਪਰ ਦੋ ਲੋਕ ਅੰਬਰੇਲਾ ਵਾਲੇ ਹੈਗੇ, ਔਰ ਇਹ ਜਿਹੜਾ ਪੁਆਇੰਟਸਮੈਨ ਹੈਗਾ ਇਹ ਇਸ ਲੋਕੋ ਨੂੰ ਸ਼ੰਟਿੰਗ ਤੋਂ ਬਾਅਦ ਅੱਗੇ ਆ ਰਿਹਾ ਸੀ। ਇਹ ਦੋਨੋਂ ਤਿੰਨੋਂ ਜਿਹੜੇ ਹੈਗੇ ਇਸ ਹਿਊਮਨ ਐਲੀਮੈਂਟ ਐਡ ਹੋਣ ਦੇ ਨਾਲ ਇਹ ਪਿਕਚਰ ਬੈਟਰ ਬਣ ਗਈ। ਔਰ ਜਿਹੜਾ ਸੈਮਾਫੋਰ ਦਿਖ ਰਿਹਾ ਜਿਹਨੂੰ ਸਿਗਨਲ ਕਹਿੰਦੇ ਹਾਂ ਅਸੀਂ, ਇਹ ਵੀ ਹੁਣ ਖਤਮ ਹੋ ਗਿਆ, ਹੁਣ ਤਾਂ ਇਲੈਕਟ੍ਰੋਨਿਕ ਹੈ ਸਭ ਜਗ੍ਹਾ, ਤੁਸੀਂ ਦੇਖਿਆ ਹੋਵੇਗਾ ਨਾ, ਹੁਣ ਇਹ ਵਾਲੇ ਸਿਗਨਲ ਨਹੀਂ ਹੈਗੇ। ਅਤੇ ਇਹ ਸਾਰਾ ਕੁਝ ਜਿਹੜੀ ਹੈ ਇਹ ਉਹਦੀ ਫੀਲਿੰਗ ਦਿੰਦਾ ਹੈਗਾ ਉਸ 'ਚ, ਤਾਂ ਇਸੀ ਨੂੰ ਇਸ ਤਰ੍ਹਾਂ ਕੈਪਚਰ ਕਰਿਆ ਗਿਆ ਹੈ। ਮੇਰੇ ਨਾਲ ਨੇ ਵਿਜੇਂਦਰ ਤ੍ਰਿਗਾਠੀਆ, ਜਿਨ੍ਹਾਂ ਦੀਆਂ ਫੋਟੋਗ੍ਰਾਫਸ ਪਿੱਛੇ ਤੁਸੀਂ ਦੇਖ ਸਕਦੇ ਹੋ। ਇਹ ਸਾਰੀਆਂ ਇੱਕੋ ਟਾਈਮ ਦੀਆਂ ਫੋਟੋਗ੍ਰਾਫਸ ਨੇ। ਸਰ ਮੈਨੂੰ ਐਂ ਲੱਗ ਰਿਹਾ ਕਿ ਇਹ ਕੋਈ ਲਾਈਕ ਟ੍ਰੈਡੀਸ਼ਨ, ਇੱਕ ਰਿਚੁਅਲ ਸੈਲੀਬ੍ਰੇਸ਼ਨ, ਉਹ ਫੋਟੋਗ੍ਰਾਫਸ ਨੇ। ਇਸ ਸਟੋਰੀ ਨੂੰ ਡਿਸਕ੍ਰਾਈਬ ਕਰੋ। ਹਾਂਜੀ, ਇਹ ਐਕਚੁਅਲੀ ਹਰ ਸਾਲ ਕਾਰਤਿਕ ਪੂਰਨਿਮਾ ਵਾਲੇ ਦਿਨ, ਵਿਚ ਇਜ਼ 15 ਦਿਨ ਦੀਵਾਲੀ ਦੇ ਬਾਅਦ, ਰੈਗੂਲਰ ਦੀਵਾਲੀ ਦੇ ਬਾਅਦ 15 ਦਿਨ ਦੇ ਬਾਅਦ ਬਨਾਰਸ 'ਚ ਸੈਲੀਬ੍ਰੇਟ ਹੁੰਦਾ। ਦੇਵ ਦੀਪਾਵਲੀ ਇਹਨੂੰ ਕਹਿੰਦੇ ਆ, ਅਤੇ ਲੱਖਾਂ ਲੋਕ ਆਉਂਦੇ ਆ ਫਰੋਮ ਆਲ ਓਵਰ ਦ ਵਰਲਡ ਟੂ ਸੈਲੀਬ੍ਰੇਟ ਦਿਸ। ਦੀ ਐਂਟਾਇਰ ਲੈਂਥ ਆਫ ਬਨਾਰਸ ਘਾਟਸ 3.5 ਕਿਲੋਮੀਟਰ ਦਾ ਡਿਸਟੈਂਸ ਹੈਗਾ, ਵਰੁਣ ਘਾਟ ਤੋਂ ਲੈ ਕੇ 80 ਘਾਟ ਤੱਕ। ਸਾਰੇ ਘਾਟ ਜਿਹੜੇ ਹੈ ਉਹ ਇਹ ਜਿਹੜੇ ਦੀਏ ਨੇ, ਘਿਓ ਦੇ ਦੀਏ, ਤੇਲ ਐਂਡ ਘਿਓ ਦੇ ਦੀਏ, ਇਹ ਉਹਦੇ ਨਾਲ ਇਹ ਜਿਹੜੇ ਹੈ ਸਾਰੇ ਡੈਕੋਰੇਟ ਹੁੰਦੇ ਨੇ। ਆਫ ਕੋਰਸ ਵਾਲਸ 'ਤੇ ਇਲੈਕਟ੍ਰੋਨਿਕ ਲਾਈਟਸ ਹੈਗੀਆਂ,
ਐਂਡ ਲੋਕੀ ਉੱਥੇ ਆ ਕੇ ਆਪਣਾ ਕੀਰਤਨ ਕਰਦੇ ਆ, ਪੂਜਾ ਕਰਦੇ ਆ, ਮੰਨਤਾਂ ਮੰਗਦੇ ਆ, ਕਿਹਨਾਂ ਨੇ ਮੰਨਤਾਂ ਪੂਰੀਆਂ ਹੋਈਆਂ ਹੁੰਦੀਆਂ ਨੇ, ਦੇ ਕਮ ਹੇਅਰ ਟੂ ਇਹਨਾਂ ਸ਼ੁਕਰਾਨਾ ਵਾਸਤੇ ਉਹ ਆਉਂਦੇ। ਵਨ ਆਫ ਦ ਮੈਨੀ ਰੀਜ਼ਨਸ ਆਫ ਕਮਿੰਗ, ਬਟ ਸਾਰੇ ਮੁਲਕ ਭਰ ਤੋਂ, ਸਾਰੇ ਦੇਸ਼ ਭਰ ਤੋਂ ਲੋਕੀ ਇੱਥੇ ਆਉਂਦੇ ਆ। ਸਪੈਸ਼ਲੀ ਇਹ ਜਿਹੜੀ ਪਿਕਚਰ ਹੈਗੀ ਹੈ ਇਹ ਸਪੈਸੀਫਿਕ ਹੈਗਾ ਸਾਊਥ ਤੋਂ ਲੋਕ ਆਉਂਦੇ ਆ। ਇਹ ਦੀਏ ਬਣਾਉਣ ਦਾ ਇਹਨਾਂ ਦਾ ਤਰੀਕਾ, ਬਾਲਣ ਦਾ ਐਂਡ ਮੰਤਰ ਵਗੈਰਾ ਇੰਟਾਇਰਲੀ ਡਿਫਰੈਂਟ ਫਰੋਮ ਦ ਰੈਸਟ। ਦਿਸ ਇਜ਼ ਪੰਚਗੰਗਾ ਘਾਟ ਹੈ ਨਾ, ਪੰਚਗੰਗਾ ਘਾਟ। ਇੱਥੇ ਵੀ ਮਤਲਬ ਵੈਸੇ ਤਾਂ ਸਾਰੇ ਘਾਟਸ 'ਤੇ ਐਕਸ਼ਨ ਬਹੁਤ ਹੁੰਦਾ ਹੈ, ਬਟ ਇੱਥੇ ਸਪੈਸ਼ਲੀ ਦਿਸ ਇਜ਼ ਅ ਵੈਰੀ ਬਿਜ਼ੀ ਘਾਟ, ਕਿਉਂਕਿ ਇੱਥੇ ਇਹ ਬਹੁਤ ਜ਼ਿਆਦਾ ਪਲੇਟਫਾਰਮਸ ਬਣੇ ਹੋਏ, ਈਚ ਆਫ ਵਿਚ ਆਰ ਡੈਕੋਰੇਟਿਡ, ਹਰੇਕ ਕੋਈ ਆਪਣੀ ਆਪਣੀ ਡੈਕੋਰੇਸ਼ਨ ਕਰਕੇ ਐਂਡ ਉੱਥੇ ਪੂਜਾ ਹੁੰਦੀ ਹੈ ਨਾ। ਗੰਗਾ ਮਾਤਾ ਦੀ ਪੂਜਾ ਕਰਦੇ ਆ, ਦੈਟ ਇਜ਼ ਆਲਸੋ ਵਨ ਆਫ ਦ ਥਿੰਗਸ। ਗੰਗਾ ਆਰਤੀ ਇਜ਼ ਡਨ ਐਂਡ ਅਦਰ ਭਜਨ ਕੀਰਤਨ ਜਿਹੜਾ ਉਹ ਹੁੰਦਾ ਹੈ। ਦਿਸ ਅਗੇਨ ਜਿਹੜਾ ਡੈਕੋਰੇਸ਼ਨ ਦਾ ਪਾਰਟ ਹੈਗਾ, ਜਿੰਨਾ ਇੱਥੇ ਵੀ ਤੁਸੀਂ ਦੇਖ ਰਹੇ ਹੋ, ਦੀ ਵਾਲਸ ਆਰ ਡੈਕੋਰੇਟਿਡ। ਤੋ ਇੰਟਾਇਰ ਸਟ੍ਰੈਚ ਆਫ ਘਾਟ ਜਿੱਥੇ ਜਿਹੜਾ ਮਤਲਬ ਜਿਹੜੀ ਵਾਲਸ ਉੱਤੇ ਹੈਗੀਆਂ ਨੇ ਉਹ ਕਰਦੇ ਨੇ। ਤੇ ਵਿਮਨ ਦੇ ਡਰੈਸ ਅਪ ਇਨ ਦੇਅਰ ਫਾਈਨੈਸਟ ਆਫ ਸਿਲਕਸ, ਬਨਾਰਸ ਇਜ਼ ਫੇਮਸ ਫॉर ਸਿਲਕਸ। ਉਹ ਆ ਕੇ ਮਤਲਬ ਸਜ ਧਜ ਕੇ ਲੋਕੀ ਆਉਂਦੇ ਆ ਐਂਡ ਦੇ ਪਾਰਟਿਸਿਪੇਟ ਇਨ ਦਿਸ। ਕਿਵੇਂ ਤੁਹਾਡੇ ਮਨ 'ਚ ਆਇਆ ਕਿ ਮੈਂ ਇਹ ਸਾਰਾ ਕੈਪਚਰ ਕਰਾਂ ਇਸ ਨੂੰ? ਮੈਂ ਬਨਾਰਸ 'ਚ ਤਾਂ ਮਤਲਬ ਮੈਂ ਸੋਚਦਾ ਕਿ ਬਈ ਭੋਲੇਨਾਥ ਦਾ ਮੇਰੇ 'ਤੇ ਕੁਝ ਹੈ। ਮੈਨੂੰ ਹਰ ਸਾਲ ਬੁਲਾਉਂਦੇ, ਆਈ ਗੋ ਦੇਅਰ ਐਵਰੀ ਈਅਰ ਐਂਡ ਪਿਛਲੇ 10-15 ਸਾਲ ਤੋਂ ਮੈਂ ਜਾ ਰਿਹਾ, ਹਰ ਸਾਲ ਜਾਣਾ ਮੈਂ ਉੱਥੇ। ਹਾਂ, ਸੋ ਦਿਸ ਇਜ਼ ਸਮਥਿੰਗ ਵੈਰੀ ਸਪੈਸੀਫਿਕ, ਸੋ ਦਿਸ ਇਜ਼ ਸਮਥਿੰਗ ਆਈ ਇੰਜੋਏ। ਸੋ ਇਸ ਵਕਤ ਮੇਰੇ ਨਾਲ ਨੇ ਸ਼ਿਵਮੋਹਨ ਸਿੰਘ ਜੋ ਕਿ ਸਾਈਕੈਟ੍ਰਿਸਟ ਨੇ PGI। ਸੋ ਸਰ, ਤੁਸੀਂ ਪ੍ਰੋਫੈਸ਼ਨਲ ਫੋਟੋਗ੍ਰਾਫਰ ਹੋ ਜਾਂ ਫਿਰ? ਨਹੀਂ ਜੀ, ਮੈਂ ਪ੍ਰੋਫੈਸ਼ਨਲ ਸਾਈਕੈਟ੍ਰਿਸਟ ਹੈਗਾ ਅਤੇ ਐਮੇਚਿਓਰ ਫੋਟੋਗ੍ਰਾਫਰ ਹੈਗਾ, ਅਤੇ ਮੈਂ ਕਈ ਸਾਲਾਂ ਤੋਂ ਫੋਟੋਗ੍ਰਾਫੀ ਕਰ ਰਿਹਾ ਅਤੇ ਮੇਰਾ ਇਹ ਸ਼ੌਕ ਹੈ ਐਂਡ ਆਈ ਐਮ ਵੈਰੀ ਫੌਂਡ ਆਫ ਫੋਟੋਗ੍ਰਾਫੀ। ਅਤੇ ਮੈਂ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਨਾਲ ਵੀ ਕਈ ਸਾਲਾਂ ਤੋਂ ਜੁੜਿਆ ਹਾਂ ਅਤੇ ਮੈਨੂੰ ਬੜਾ ਚੰਗਾ ਲੱਗਦਾ ਕਿ ਇਹਨਾਂ ਦਾ ਐਨੂਅਲ ਐਗਜ਼ੀਬਿਸ਼ਨ ਹੁੰਦੀ ਹੈ ਅਤੇ ਸਾਡੇ ਸਾਰਿਆਂ ਨੂੰ ਇਹ ਮੌਕਾ ਮਿਲਦਾ ਹੈ ਕਿ ਅਸੀਂ ਆਪਣਾ ਕੰਮ ਐਗਜ਼ੀਬਿਟ ਕਰ ਸਕੀਏ। ਅਤੇ ਦੈਟਸ ਹਾਊ ਇਟ ਇਜ਼। ਮੈਂ ਆਈ ਹੈਵ ਡਨ ਅ ਫਿਊ, ਮੈਂ ਕੁਝ ਕਿਤਾਬਾਂ ਪਬਲਿਸ਼ ਕੀਤੀਆਂ ਹੋਈਆਂ ਨੇ ਅਤੇ ਮੇਰਾ ਕੰਮ ਹੋਰ ਕਈ ਮੈਗਜ਼ੀਨਸ ਵਗੈਰਾ 'ਚ ਪਬਲਿਸ਼ ਹੋਇਆ, ਅਤੇ ਬਟ ਆਈ ਐਮ ਨਾਟ ਅ ਪ੍ਰੋਫੈਸ਼ਨਲ ਫੋਟੋਗ੍ਰਾਫਰ। ਓਕੇ, ਸੋ ਤੁਸੀਂ ਪ੍ਰੋਫੈਸ਼ਨਲ ਸਾਈਕੈਟ੍ਰਿਕ ਹੋ, ਤੁਸੀਂ ਕਿਤੇ ਨਾ ਕਿਤੇ ਮਾਈਂਡਸ ਰੀਡ ਕਰ ਲੈਂਦੇ ਹੋ, ਤਾਂ ਇਹਨਾਂ ਦੇ ਮਾਈਂਡਸ ਕਿਵੇਂ ਰੀਡ ਕੀਤੇ ਆ ਫੋਟੋਗ੍ਰਾਫ ਜਿਹੜੀ ਤੁਸੀਂ ਕੀਤੀ? ਮਾਈਂਡਸ ਰੀਡ ਤਾਂ ਮੈਂ ਨਹੀਂ ਕਰਦਾ ਜੀ, ਮੈਂ ਤਾਂ ਕੋਸ਼ਿਸ਼ ਕਰਦਾ। ਮੇਰੇ ਕੋਲ ਤਾਂ ਜਿੰਨੇ ਲੋਕੀ ਆਉਂਦੇ ਨੇ ਉਹ ਵਿਚਾਰੇ ਬੜੇ ਬਿਮਾਰ ਹੁੰਦੇ ਨੇ, ਅਤੇ ਬਟ ਇੰਨਾ ਜ਼ਰੂਰ ਹੈ ਕਿ ਮੇਰੇ ਖਿਆਲ ਤੋਂ ਐਜ਼ ਅ ਸਾਈਕੈਟ੍ਰਿਸਟ ਤੁਸੀਂ ਬੜਾ ਕੁਝ ਓਬਜ਼ਰਵ ਕਰਦੇ ਰਹਿੰਦੇ ਹੋ। ਅਤੇ ਮੈਂ ਕਦੀ ਕਦੀ ਦੇਖਦਾ ਕਿ ਕਈ ਲੋਕਾਂ ਨੂੰ ਲੱਗਦਾ ਕਿ ਫੋਟੋਗ੍ਰਾਫੀ ਸਿਰਫ ਕਿਸੇ ਐਗਜ਼ੋਟਿਕ ਲੋਕੇਸ਼ਨ 'ਤੇ ਜਾ ਕੇ ਹੋ ਸਕਦੀ ਹੈ ਜਾਂ ਕੋਈ ਬੜਾ ਕੋਈ ਬੜੀ ਮੁਸ਼ਕਿਲ ਡੈਸਟੀਨੇਸ਼ਨ 'ਤੇ ਜਾ ਕੇ ਹੋ ਸਕਦੀ ਹੈ। ਅਤੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਜਿੱਥੇ ਅਸੀਂ ਹੋਈਏ ਉੱਥੇ ਹੀ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰੀਏ। ਅਤੇ ਮੈਂ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਦੇ ਉੱਪਰ ਹੀ ਕੰਮ ਕਰ ਰਿਹਾ, ਅਤੇ ਸਪੈਸ਼ਲੀ ਸੈਕਟਰ 17 ਦੇ ਉੱਪਰ ਮੇਰਾ ਕਾਫੀ ਕੰਮ ਹੈਗਾ। ਅਤੇ ਇਸ ਵਾਰੀ ਮੈਂ ਇਸੇ ਕਰਕੇ ਇਹ ਤਿੰਨ ਜਿਹੜੀ ਫੋਟੋਗ੍ਰਾਫਸ ਹੈਗੀਆਂ ਤਿੰਨੋਂ ਸੈਕਟਰ 17 ਦੀ ਹੈਗੀਆਂ, ਅਤੇ ਆਈ ਟਰਾਈਡ ਕਿ ਅਸੀਂ ਕੁਛ ਜਨਰਲ ਲਾਈਫ ਦੇ ਬਾਰੇ ਕੁਝ ਕਰੀਏ। ਅਤੇ ਇਹਨਾਂ ਤਿੰਨਾਂ 'ਚ ਇਹੀ ਕਾਮਨ ਥਰੈਡ ਹੈ ਕਿ ਇਟ ਇਜ਼ ਅਬਾਊਟ ਰੇਨ। ਇੱਕ ਤਾਂ ਤਿੰਨਾਂ 'ਚ ਹੀ ਰੇਨ ਹੈਗਾ। ਇੱਥੇ ਵੀ ਇਹ ਜਿਹੜੇ ਬੰਦੇ ਹੈਗੇ ਇਹ ਕੋਸ਼ਿਸ਼ ਕਰ ਰਹੇ ਸੀ ਕਿ ਬਾਰਿਸ਼ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਆਪਣੇ ਫੋਨਸ ਨਾਲ, ਬਟ ਇਟ ਗਿਵਸ ਅ ਨਾਈਸ ਇੰਪ੍ਰੈਸ਼ਨ ਕਿ ਉੱਪਰੋਂ ਜਿੱਦਾਂ ਪ੍ਰੈਸ਼ਰ ਪੈ ਰਿਹਾ ਅਤੇ ਉਹ ਦੇ ਆਰ ਗੈਟਿੰਗ ਕੰਪਰੈਸਡ, ਬਟ ਫਿਰ ਵੀ ਫੋਨ ਦੇ ਉੱਪਰ। ਅਤੇ ਇਟ ਇਜ਼ ਲਾਈਕ ਅ ਸੋਸ਼ਲ ਕਮੈਂਟਰੀ ਆਫ ਸੌਰਟਸ। ਅਤੇ ਇਹ ਸੈਕਟਰ 17 ਦਾ ਹੈ, ਅਤੇ ਇਹ ਵੀ ਆਪਣਾ ਇਸੀ ਸਾਲ ਲਿਆ ਸੀਗਾ। ਅਤੇ ਇਟ ਵਾਜ਼ ਆਲ ਅਬਾਊਟ ਬੇਸਿਕਲੀ ਲਾਈਫ ਇਨ ਚੰਡੀਗੜ੍ਹ ਐਂਡ ਸੈਕਟਰ 17। ਅਤੇ ਦਿਸ ਇਜ਼ ਲਾਈਕ ਅ ਔਨ ਗੋਇੰਗ ਪ੍ਰੋਜੈਕਟ, ਅਤੇ ਦੈਟ ਇਜ਼ ਹਾਊ ਇਟ ਇਜ਼। ਕਿਵੇਂ ਇਸ ਚੀਜ਼ ਨੂੰ ਡਿਫਰੈਂਸ਼ੀਏਟ ਕਰਦੇ ਹੋ ਕਿ ਇੱਕ ਨਾਰਮਲ ਇਨਸਾਨ ਇੱਕ ਸੀਨ ਨੂੰ ਕਿਵੇਂ ਦੇਖਦਾ ਹੈ ਅਤੇ ਇੱਕ ਫੋਟੋਗ੍ਰਾਫਰ ਉਸ ਸੀਨ ਨੂੰ ਕਿਵੇਂ ਦੇਖਦਾ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਤੁਸੀਂ ਕੋਸ਼ਿਸ਼ ਇਹ ਕਰਦੇ ਹੋ ਕਿ ਇੱਕ ਮੂਮੈਂਟ ਤੁਸੀਂ ਕੈਪਚਰ ਕਰਦੇ ਹੋ ਜਦੋਂ ਉਸ मोमेंट द एसेंस या जेड़ा ओदा रस है वो आए सामने। जो फिजिकल ब्रोशर था वो सुबह रिलीज़ हो गया, अब हम डिजिटल ब्रोशर रिलीज़ कर रहे हैं जिससे कि जितने भी लोग यहाँ नहीं आ सके वो अपने घरों में बैठ के इस एग्जीबिशन का पूरा लुत्फ ले सकते हैं। ठीक है, लो सर तुसी बस बटन दबना जी। किहड़े वाला? ये वाला। हाँ जी, हाँ जी, ग्रीन वाला। हाँ जी, हाँ जी, वो दब दो। लो जी, 1 2 डन जी। चले? हाँ जी। Gone? Gone. This is the first time that we've released a digital brochure,
ਹਾਲੇ ਤੱਕ ਅਸੀਂ ਕਦੀ ਇਹ ਐਕਟੀਵਿਟੀ ਨਹੀਂ ਸੀ ਕੀਤੀ, ਪਰ ਸਾਡੇ ਇਹ ਬੜੇ ਹਾਈਟੈਕ ਜਿਹੜੇ ਮੈਂਬਰ ਹੈਗੇ ਆ, ਕੈਲਾਸ਼ ਸ਼ਰਮਾ, ਇਹਨੇ ਐਤਕੀ ਕੈਟਲੌਗ ਵੀ ਕੱਢਿਆ ਫਿਜ਼ੀਕਲ, ਜਿਹੜਾ ਹਾਰਡ ਕਾਪੀ ਹੁੰਦੀ ਹੈ, ਤੇ ਹੁਣ ਇਹਨੇ ਡਿਜੀਟਲੀ ਵੀ ਕਹਿੰਦਾ ਕਿ ਮੈਂ ਰਿਲੀਜ਼ ਕਰਨਾ ਹੈ। ਤੇ ਇਹਨੂੰ ਆਪਾਂ ਵਧਾਈਆਂ ਦਿੰਦੇ ਹਾਂ, ਪ੍ਰਧਾਨ ਨੂੰ ਵਧਾਈਆਂ, ਯਸ਼ਿੰਦਰ ਬੱਗਾ ਜੀ ਨੂੰ, ਤੇ ਸਾਰੀ ਟੀਮ ਨੂੰ ਵਧਾਈਆਂ ਦਈਏ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਐਂਡ ਸਾਰਿਆਂ ਨੇ ਜਿਨ੍ਹਾਂ ਨੇ ਵੀ ਦੇਖਣਾ ਡਿਜੀਟਲ ਬ੍ਰੋਸ਼ਰ, ਉਹ ਕਿਹੜੀ ਵੈਬਸਾਈਟ ਤੇ ਜਾਣਗੇ ਇਹ ਦੱਸ। ਅਸੀਂ APSC ਗਰੁੱਪ 'ਚ ਕਰਤਾ, ਫਿਰ ਉਹ ਸੋਸ਼ਲ ਮੀਡੀਆ ਤੋਂ ਚਲਾ ਜਾਏਗਾ, ਉੱਥੋਂ ਐਵਰੀਵੇਅਰ ਇਟ ਵਿਲ ਬੀ ਦੇਅਰ। ਸੋਸ਼ਲ ਮੀਡੀਆ ਤੇ ਸਾਰੇ ਪਾਸੇ ਪਹੁੰਚ ਜਾਏ। ਇਨ ਓਪਨ ਡੋਮੇਨ। ਥੈਂਕ ਯੂ ਸੋ ਮਚ। ਸੋ ਇਹ ਸੀ ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੀ ਫੋਟੋ 2022 ਐਗਜ਼ੀਬਿਸ਼ਨ, ਜਿਹਦੇ 'ਚ ਅਸੀਂ ਜਿਹੜੇ ਮੈਂਬਰਸ ਸੀਗੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਤੋਂ ਜਾਣਿਆ ਕਿ ਕਿਵੇਂ ਉਹਨਾਂ ਦੀ ਕੀ ਵਿਜ਼ਨ ਰਹਿੰਦੀ ਹੈ ਇੱਕ ਫੋਟੋਗ੍ਰਾਫ ਖਿੱਚਣ ਦੇ ਸਮੇਂ। ਤਾਂ ਹਰ ਇੱਕ ਇੱਥੇ ਜਿਹੜੀ ਫੋਟੋਗ੍ਰਾਫ ਲੱਗੀ ਆ ਉਹ ਬੋਲਦੀ ਹੈ, ਮਤਲਬ ਕਿ ਹਰ ਇੱਕ 'ਚ ਇੱਕ ਆਰਟ ਜਿਹੜਾ ਨਾ ਉਹ ਪ੍ਰੈਜ਼ੈਂਟ ਕੀਤਾ ਗਿਆ। ਤਾਂ ਇਹ ਇਵੈਂਟ 27 ਤਰੀਕ ਤੱਕ ਰਹੇਗਾ, ਤੁਸੀਂ ਵੀ ਇੱਥੇ ਆਓ ਅਤੇ ਇੱਥੇ ਆ ਕੇ ਇਸ ਆਰਟ ਨੂੰ ਜ਼ਰੂਰ ਇੰਜੋਏ ਕਰੋ।